ਪਧਾਰਾ। ਸਤਿਗੁਰ ਮਹਿਮਾ ਮਹਾ ਵਿਚਾਰਾ। ਲੈ ਪੋਥੀ ਹੋਏ ਬਿਦਾ ਪਧਾਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ ਪੀਰਾਨ ਪੀਰ ਮੀਰਾਨ ਮੀਰ ਵਾਲੀ ਏਕੋ ਲਾਲਮ ਸਰਵਰੇ ਕਾਇਨਾਤ। ਦਸਾਂ ਪਾਤਸ਼ਾਹੀਓਂ ਕੀ ਆਤਮਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਦਿਨ ਦੇ ਚੌਥੇ ਪਹਿਰ ਦੇ ਸੁੰਦਰ ਦੀਵਾਨ ਚੱਲ ਰਹੇ ਹਨ। ਸਜੇ ਹੋਏ ਦੀਵਾਨਾਂ ਅੰਦਰ ਅਤੀ ਸਨਮਾਨਯੋਗ ਰਾਗੀ ਸਿੰਘਾਂ ਪਾਸੋਂ ਆਪ ਸੰਗਤਾਂ ਨੇ ਅੰਮ੍ਰਿਤਮਈ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਗੁਰ ਸੰਗਤ ਜੀ, ਹੁਣ ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਆਪਾਂ ਸਰਵਣ ਕਰਦੇ ਆ ਰਹੇ ਹਾਂ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕੀਤਾ ਸੀ ਜਗਤ ਗੁਰੂ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ 'ਤੇ ਬਿਰਾਜਮਾਨ ਨੇ। ਬੇਅੰਤ ਸੰਗਤਾਂ ਸਤਿਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ। ਕੀਮਤੀ ਭੇਟਾਵਾਂ ਗੁਰੂ ਚਰਨਾਂ ਵਿੱਚ ਅਰਪਣ ਕਰਦੀਆਂ ਨੇ। ਜੋ ਮਨ ਦੀ ਭਾਵਨਾ ਲੈ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆਉਂਦੀਆਂ ਨੇ, ਉਹ ਮਨ ਦੀਆਂ ਭਾਵਨਾਵਾਂ ਵੀ ਸਤਿਗੁਰੂ ਜੀ ਪੂਰੀਆਂ ਕਰਦੇ ਨੇ। ਇਸੇ ਤਰ੍ਹਾਂ ਇੱਕ ਵਿਦਵਾਨ ਪੰਡਤ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਰਨ ਦੇ ਵਿੱਚ ਆਇਆ। ਇਹਨੇ ਉਪਨਿਸ਼ਦ ਵੇਦ ਸ਼ਾਸਤਰ ਪੜ੍ਹੇ ਹੋਏ ਸਨ, ਵਿਦਵਾਨ ਸੀ। ਮਨ ਵਿੱਚ ਇਹ ਖਿਆਲ ਲੈ ਕੇ ਆਇਆ ਕਿ ਮੈਂ ਵਿਦਵਾਨ ਹਾਂ ਅਤੇ ਮੇਰੇ ਪਾਸੋਂ ਸਤਿਗੁਰੂ ਜੀ ਕਥਾ ਸੁਣਨ, ਮੈਨੂੰ ਵੀ ਕਥਾ ਸੁਣਾਉਣ ਦਾ ਸਮਾਂ ਦੇਣ, ਜਿਹਦੇ ਨਾਲ ਮੈਨੂੰ ਕੁਝ ਭੇਟਾ ਮਿਲ ਜਾਵੇ। ਇਹਦੇ ਮਨ ਦੀ ਭਾਵਨਾ ਸਤਿਗੁਰਾਂ ਨੇ ਪੂਰੀ ਕੀਤੀ ਹੈ। ਇਹਦੇ ਅੰਦਰ ਦੀ ਜਾਣ ਕੇ ਸਤਿਗੁਰਾਂ ਨੇ ਇਹਨੂੰ ਕੁਝ ਸੁਣਾਉਣ ਦਾ ਸਮਾਂ ਦਿੱਤਾ। ਕੁਝ ਸਮਾਂ ਜਿਹੜੇ ਗ੍ਰੰਥ ਕੋਲ ਸਨ ਉਹਨਾਂ ਦੀ ਕਥਾ ਇਹਨੇ ਸੁਣਾਈ ਹੈ। ਪਰ ਜਦੋਂ ਗ੍ਰੰਥ ਪੂਰੇ ਹੋ ਗਏ ਫਿਰ ਬੇਨਤੀ ਕੀਤੀ, ਜੇ ਮਹਾਰਾਜ ਹੁਕਮ ਕਰੋ ਤੇ ਮੈਂ ਹੋਰ ਗ੍ਰੰਥ ਵੀ ਘਰ ਵਿੱਚ ਹਨ ਅਤੇ ਉਹ ਵੀ ਸੁਣਾਉਣੇ ਚਾਹੁੰਦਾ ਹਾਂ। ਸਤਿਗੁਰਾਂ ਤੋਂ ਆਗਿਆ ਲਈ ਪੁੱਤਰ ਨੂੰ ਗ੍ਰੰਥ ਲੈਣ ਵਾਸਤੇ ਘਰ ਨੂੰ ਭੇਜਿਆ। ਦੇਵਤਿਆਂ ਦੀ ਪੂਜਾ ਕੀਤੀ, ਮਹੂਰਤ ਸੋਧਿਆ। ਜਦੋਂ ਪੁੱਤਰ ਨੂੰ ਤੋਰਿਆ, ਰਸਤੇ ਦੇ ਵਿੱਚ ਇਹਦਾ ਪੁੱਤਰ ਜਿਹੜਾ ਸੀ ਖੋਤੇ ਦੇ ਹਿਣਕਣ ਦੀ ਆਵਾਜ਼ ਸੁਣ ਕੇ ਅਵਸ਼ਗਨ ਮੰਨ ਕੇ ਵਾਪਸ ਮੁੜ ਆਇਆ। ਅਤੇ ਉਸ ਵੇਲੇ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਅਤੇ ਮਹਾਰਾਜ ਜੀ ਨੇ ਇਹਦੇ ਪੰਡਤ ਦੇ ਮਨ ਦੇ ਵਿੱਚ ਸ਼ੰਕਾ ਸੀ ਕਿ ਸਤਿਗੁਰੂ ਜੀ ਭਾਈ ਸ਼ਾਲੋ ਨੂੰ ਆਨੰਦ ਭਗਤ ਕਰਕੇ ਬੁਲਾਉਂਦੇ ਨੇ, ਮੈਨੂੰ ਆਨੰਦ ਭਗਤ ਕਿਉਂ ਨਹੀਂ ਕਹਿੰਦੇ। ਅਤੇ ਗੁਰੂ ਸਾਹਿਬ ਜੀ ਨੇ ਉਸ ਵੇਲੇ ਮਹਾਰਾਜ ਜੀ ਨੇ ਇਸ ਦੇ ਪਰਥਾਏ ਵਚਨ ਕਹੇ ਨੇ ਕਿ ਆਨੰਦ ਭਗਤ ਕੌਣ ਹੁੰਦੇ ਨੇ, ਇਹ ਦੱਸਣ ਵਾਸਤੇ ਗੁਰਦੇਵ ਨੇ ਇਹ ਕਿਹਾ ਕਿ ਇਹਨੇ ਤੁਸੀਂ ਪੂਜਾ ਕੀਤੀ ਹੈ ਦੇਵਤਿਆਂ ਦੀ, ਮਹੂਰਤ ਸੋਧੇ, ਪਰ ਇੱਕ ਖੋਤੇ ਦੇ ਹਿਣਕਣ ਨੂੰ ਅਵਸ਼ਗਨ ਮੰਨ ਕੇ ਯਾਤਰਾ ਰੋਕ ਦਿੱਤੀ। ਮਹਾਰਾਜ ਕਹਿੰਦੇ ਅਸੀਂ ਦੱਸਦੇ ਹਾਂ ਆਨੰਦ ਭਗਤ ਜਿਹੜਾ ਹੈ ਉਹ ਕੌਣ ਹੁੰਦਾ ਹੈ। ਸਤਿਗੁਰਾਂ ਨੇ ਉਸ ਵੇਲੇ ਭਾਈ ਪੈੜੇ ਨੂੰ ਕੋਲ ਬੁਲਾਇਆ। ਕੋਲ ਬੁਲਾ ਕੇ ਮਹਾਰਾਜ ਜੀ ਨੇ ਇਸ ਨੂੰ ਪ੍ਰਾਣ ਸੰਗਲੀ ਗ੍ਰੰਥ ਲੈਣ ਵਾਸਤੇ ਤੋਰਿਆ ਹੈ ਸੰਗਲਾ ਦੀਪ ਨੂੰ। ਭਾਈ ਪੈੜੇ ਨੇ ਗੁਰੂ ਚਰਨਾਂ 'ਤੇ ਨਮਸਕਾਰ ਕੀਤੀ ਹੈ ਅਤੇ ਜਿਹੜੇ 5 ਪੈਸੇ ਇੱਕ ਸਿੱਖ ਨੇ ਲਿਆ ਕੇ ਰੱਖੇ ਸੀ ਉਹੀ 5 ਪੈਸੇ ਦੇ ਕੇ ਸਤਿਗੁਰਾਂ ਨੇ ਭਾਈ ਪੈੜੇ ਨੂੰ ਤੋਰ ਦਿੱਤਾ। ਭਾਈ ਪੈੜੇ ਨੇ ਨਮਸਕਾਰ ਕੀਤੀ, ਗੁਰਦੇਵ ਦਾ ਹੁਕਮ ਮੰਨ ਕੇ ਸੰਗਲਾ ਦੀਪ ਨੂੰ ਤੁਰ ਪਏ ਨੇ। ਇੱਕ ਵਾਰ ਵੀ ਰੋਕੇ ਕੋਈ ਮਹੂਰਤ ਬਾਰੇ, ਚੰਗੇ ਮਾੜੇ ਦਿਨ ਦੀ ਵਿਚਾਰ ਨਹੀਂ ਸੋਚੀ। ਬਸ ਗੁਰੂ ਸਾਹਿਬ ਦਾ ਹੁਕਮ ਹੋਇਆ, ਆਗਿਆ ਲੈ ਕੇ ਤੁਰ ਪਏ। ਮਹਾਰਾਜ ਕਹਿੰਦੇ ਪੰਡਤ ਜੀ ਆਨੰਦ ਭਗਤ ਇਹਨਾਂ ਨੂੰ ਕਹਿੰਦੇ ਨੇ ਜਿਨ੍ਹਾਂ ਨੂੰ ਇੱਕ ਗੁਰੂ 'ਤੇ ਭਰੋਸਾ ਹੋਵੇ, ਅਕਾਲ ਪੁਰਖ 'ਤੇ ਭਰੋਸਾ ਹੋਵੇ, ਜਿਹੜੇ ਪ੍ਰਮਾਤਮਾ ਦੇ ਚਰਨਾਂ 'ਤੇ ਭਰੋਸਾ ਰੱਖਦੇ ਨੇ। ਵਾਰ ਮਹੂਰਤ ਥਿਤ ਨਹਿ ਪੂਛਾ, ਬਿਨ ਖਰਚ ਤੇ ਮਨ ਨਹਿ ਸ਼ੂਸ਼ਾ।
ਨਿਸ਼ਚਾ ਏਕ ਕਰਨ ਅਰਦਾਸ, ਨਿਤ ਜਾਣੈ ਜੈ ਕਹਿ ਗੁਰ ਪਾਸ। ਭਗਤ ਅਨੰਨ ਕਹਾਵਤ ਐਸੇ, ਗੁਰ ਬਿਨ ਅਪਰ ਨ ਮਾਨੈ ਕੈਸੇ। ਜਿਹੜੇ ਇੱਕ ਪਰਮਾਤਮਾ ਤੇ ਭਰੋਸਾ ਰੱਖਦੇ ਨੇ, ਜਿਹੜੇ ਜਾਣਦੇ ਨੇ ਕਿ ਗੁਰੂ ਸਾਡੇ ਅੰਗ ਸੰਗ ਹੈ, ਮਹਾਰਾਜ ਕਹਿੰਦੇ ਇਹਨਾਂ ਨੂੰ ਅਨੰਨ ਭਗਤ ਕਹਿੰਦੇ ਨੇ, ਜਿਹੜੇ ਇੱਕ ਤੋਂ ਬਿਨਾਂ ਹੋਰ ਕਿਸੇ ਦੀ ਓਟ ਨਹੀਂ ਤੱਕਦੇ। ਇਹ ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ। ਭਾਈ ਗੁਰਦਾਸ ਜੀ ਨੇ ਵੀ ਇਸ ਦੇ ਪ੍ਰਥਾਏ 2 ਕਬਿਤ ਉਚਾਰਨ ਕੀਤੇ ਨੇ। ਬੈਸਰੋ ਅਨੰਨ ਬ੍ਰਹਮਨ ਸਾਲ ਗ੍ਰਾਮ ਸੇਵਾ ਗੀਤਾ ਭਾਗਵਤ ਸਰੋਤਾ ਏਕਾਕੀ ਕਹਾਵਈ। ਤੀਰਥ ਧਰਮ ਦੇਵ ਯਾਤਰਾ ਕੋ ਪੰਡਤ ਪੂਛ, ਕਰਤ ਗਵਨ ਸੋ ਮਹੂਰਤ ਸੁਧਾਵਈ। ਬਾਹਰ ਨਿਕਸ ਘਰ ਧਵ ਸਵਨ ਸਗਨ ਕੋ, ਸ਼ੰਕਾ ਉਪਰਾਜ ਕੈ ਬਹੁਰ ਘਰ ਆਵਈ। ਪਤ ਬ੍ਰਤ ਗਹਿ ਰਹਿ ਸਕਤ ਨ ਏਕਾ ਟੇਕ, ਦੁਬਦਾ ਅਛਤ ਨ ਪਰਮ ਪਦ ਪਾਵਈ। ਭਾਈ ਗੁਰਦਾਸ ਜੀ ਨੇ ਕਵਿਤਾ ਅੰਦਰ ਦੱਸਿਆ ਹੈ ਕਿ ਇਸ ਬ੍ਰਾਹਮਣ ਦੇ ਪ੍ਰਥਾਏ ਸਾਲਗ੍ਰਾਮ ਦੀ ਪੂਜਾ ਕਰਦਾ ਸੀ। ਬੜੇ ਇਸ ਨੇ ਮਹੂਰਤ ਸੋਧੇ, ਯਾਤਰਾ ਆਰੰਭੀ, ਪਰ ਖੋਤੇ ਤੇ ਕੁੱਤੇ ਦੇ ਰੋਣ ਦੀ ਆਵਾਜ਼ ਸੁਣ ਕੇ ਯਾਤਰਾ ਰੋਕ ਦਿੱਤੀ। ਪਰ ਜਿਹੜੇ ਗੁਰੂ ਕੇ ਸਿੱਖ ਹੁੰਦੇ ਨੇ, ਉਹ ਇੱਕ ਪਰਮਾਤਮਾ ਦੀ ਟੇਕ ਰੱਖਦੇ ਨੇ। ਜਿਨ੍ਹਾਂ ਨੇ ਸਿੱਖੀ ਦਾ ਸਰੂਪ ਤਨ ਤੇ ਧਾਰਨ ਕੀਤਾ ਹੈ, ਸਿੱਖੀ ਸਰੂਪ ਵਿੱਚ ਰਹਿੰਦੇ ਨੇ, ਉਹ ਪਰਮ ਪਦਵੀ ਪਾਉਂਦੇ ਨੇ ਦੁਬਦਾ ਨੂੰ ਦੂਰ ਕਰਕੇ। ਇਉਂ ਇਹ ਜਿਹੜਾ ਬ੍ਰਾਹਮਣ ਸੀ, ਇਸ ਨੇ ਵੀ ਗੁਰੂ ਸਾਹਿਬ ਜੀ ਪਾਸੋਂ ਇਹ ਉਪਦੇਸ਼ ਲਿਆ ਹੈ ਤੇ ਇਹਨੇ ਵੀ ਬੇਨਤੀ ਕਰਕੇ ਜਿਸ ਤਰ੍ਹਾਂ ਸਾਧ ਸੰਗਤ ਸਿੱਖੀ ਦੇ ਵਿੱਚ ਆਇਆ, ਉਧਰ ਭਾਈ ਪੈੜਾ ਜੀ ਸੰਗਲਾ ਦੀ ਪਹੁੰਚੇ। ਰਾਜਾ ਸ਼ਿਵ ਨਾਵ ਦਾ ਪੋਤਰਾ ਮਇਆ ਮੇਦਨੀ ਰਾਜਾ ਭਾਈ ਪੈੜੇ ਜੀ ਨੇ ਜਾ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਹੁਕਮਨਾਮਾ ਦਿਖਾਇਆ। ਰਾਜਾ ਪ੍ਰਸੰਨ ਹੋਇਆ, ਉੱਥੋਂ ਦੇ ਸਾਰੇ ਲੋਕਾਂ ਨੂੰ ਬੁਲਾਇਆ। ਭਾਈ ਸਾਹਿਬ ਜੀ ਦਾ ਬੜਾ ਆਦਰ ਸਨਮਾਨ ਕੀਤਾ ਹੈ। ਕੀਮਤੀ ਭੇਟਾਵਾਂ ਗੁਰੂ ਚਰਨਾਂ ਭਾਈ ਸਾਹਿਬ ਜੀ ਦੇ ਚਰਨਾਂ ਵਿੱਚ ਰੱਖ ਕੇ ਤੇ ਇਹਨਾਂ ਦੀ ਸੇਵਾ ਕੀਤੀ। ਕੁਝ ਦਿਨ ਭਾਈ ਸਾਹਿਬ ਉੱਥੇ ਰੁਕੇ ਨੇ। ਫਿਰ ਇੱਕ ਪ੍ਰਾਣ ਸੰਗਲੀ ਨਾਮ ਦਾ ਗ੍ਰੰਥ ਸੀ, ਉੱਥੋਂ ਲਿਆ ਤੇ ਉੱਥੋਂ ਲੈ ਕੇ ਵਿਦਾ ਹੋਏ ਨੇ। ਜਿਸ ਤਰ੍ਹਾਂ ਭਾਈ ਪੈੜਾ ਜੀ ਰਸਤੇ 'ਚੋਂ ਚੱਲ ਕੇ ਅੰਮ੍ਰਿਤਸਰ ਪਹੁੰਚਦੇ ਨੇ, ਇਹ ਗ੍ਰੰਥ ਗੁਰੂ ਸਾਹਿਬ ਜੀ ਦੇ ਹਵਾਲੇ ਕਰਨਗੇ। ਉਪਰੰਤ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਲਿਖਵਾਉਣ ਦਾ ਕਾਰਜ ਆਰੰਭਣਗੇ। ਵਿਚਾਰ ਗਿਆ ਰਹੀ ਹੈ। ਆਓ ਮਨ ਬਿਰਤੀਆਂ ਗੁਰੂ ਚਰਨਾਂ ਵਿੱਚ ਜੋੜ ਕੇ ਸਤਿਗੁਰੂ ਜੀ ਦੇ ਜੀਵਨ ਕੌਤਕਾਂ ਦੀ ਜੋ ਅੰਮ੍ਰਿਤਮਈ ਕਥਾ ਹੈ, ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਸਾਰੀ ਹੀ ਸੰਗਤ ਦਿਓ ਅਸੀਸ, ਰਸਨਾ ਕਰੋ ਪਵਿੱਤਰ, ਪਿਆਰ ਸਤਿਕਾਰ ਸਹਿਤ ਲਵਾਓ ਹਾਜ਼ਰੀਆਂ। ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਲੈ ਪੋਥੀ ਹੋਏ ਬਿਦਾ ਪਧਾਰਾ। ਭਾਈ ਪੈੜਾ ਜੀ ਸੰਗਲਾ ਦੀਪ ਤੋਂ ਇਹ ਜਿਹੜਾ ਗ੍ਰੰਥ ਸੀ, ਪੋਥੀ ਸੀ, ਇਹ ਲੈ ਕੇ ਤੁਰ ਪਏ ਹਨ। ਸਤਿਗੁਰ ਮਹਿਮਾ ਮਹਾ ਵਿਚਾਰਾ। ਰਸਤੇ ਵਿੱਚ ਆਉਂਦਿਆਂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਦੀ ਵਿਚਾਰ ਕਰਦੇ ਹਨ। ਬੜ ਪ੍ਰਤਾਪ ਪੂਰਨ ਸਭ ਭੂ ਪਰ। ਕਿ ਗੁਰੂ ਨਾਨਕ ਸਾਹਿਬ ਜੀ ਦਾ ਇੰਨਾ ਵੱਡਾ ਪ੍ਰਤਾਪ ਸਭ ਭੂ ਪਰ। ਭੂ ਨਾਮ ਹੈ ਧਰਤੀ ਦਾ। ਕਿਸੇ ਦੇਵਤੇ ਦਾ ਕਿਸੇ ਇਲਾਕੇ ਵਿੱਚ ਪ੍ਰਤਾਪ ਹੁੰਦਾ ਹੈ, ਕਿਸੇ ਰਾਜੇ ਦਾ ਆਪਣੇ ਇਲਾਕੇ ਵਿੱਚ ਪ੍ਰਤਾਪ ਹੁੰਦਾ ਹੈ। ਅੱਜ ਵੀ ਸਾਧ ਸੰਗਤ ਕੁਝ ਆਪਣੇ ਆਪ ਦੇ ਵਿੱਚ ਗੁਰੂ ਬਣ ਕੇ ਬੈਠੇ ਨੇ, ਪਰ ਉਹਨਾਂ ਦਾ ਪ੍ਰਤਾਪ ਹੋ ਸਕਦਾ ਹੈ ਕਿ ਉਸ ਇਲਾਕੇ ਵਿੱਚ ਜਾਂ ਥੋੜ੍ਹੀ ਦੂਰ ਹੋਵੇ। ਪਰ ਨਿਰੰਕਾਰ ਵਾਹਿਗੁਰੂ ਜੀ ਨੇ ਆਕਾਰ ਸਾਕਾਰ ਸਰੂਪ ਧਾਰਨ ਕੀਤਾ ਹੈ ਤੇ ਇਹ ਸਾਰੇ ਸੰਸਾਰ ਦੇ ਉਧਾਰ ਵਾਸਤੇ, ਭਲੇ ਵਾਸਤੇ ਸਤਿਗੁਰੂ ਜੀ ਨੇ, ਮਹਾਰਾਜ ਜੀ ਨੇ ਸਤਨਾਮ ਪੜ ਮੰਤਰ ਸੁਣਾਇਆ। ਕਲ ਤਾਰਨ ਗੁਰੂ ਨਾਨਕ ਆਇਆ। ਸਾਰੀ ਧਰਤੀ ਤੇ ਸਾਰੀ ਦੁਨੀਆ ਦੇ ਉੱਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤਾਪ ਛਾਇਆ ਪਿਆ। ਸੋ ਕੱਲਾ ਇਸ ਮਾਤ ਲੋਕ ਤੇ ਹੀ ਨਹੀਂ, ਪਤਾਲ ਲੋਕ, ਆਕਾਸ਼ ਲੋਕ, ਸੋ ਜਿੱਥੇ ਜਿੱਥੇ ਵੀ ਵਸੋ ਹੈ, ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਆਪਣੇ ਮੁਬਾਰਕ ਚਰਨ ਪਾਏ ਹਨ। ਜਦੋਂ ਭਾਈ ਪੈੜਾ ਜੀ ਨੇ ਦੇਖਿਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਇੰਨਾ ਵੱਡਾ ਪ੍ਰਤਾਪ ਇਸ ਇਲਾਕੇ ਵਿੱਚ, ਕਿਉਂਕਿ ਭਾਈ ਪੈੜਾ ਜੀ ਨੂੰ ਦੇਖ ਕੇ ਸੰਗਤਾਂ ਉਮੜ ਕੇ ਆਈਆਂ, ਬੜਾ ਇਹਨਾਂ ਦਾ ਆਦਰ ਮਾਣ ਕੀਤਾ, ਕੀਮਤੀ ਭੇਟਾਵਾਂ ਰੱਖੀਆਂ। ਇਹ ਪ੍ਰਤਾਪ ਗੁਰੂ ਨਾਨਕ ਸਾਹਿਬ ਜੀ ਦਾ ਸੀ। ਜੇ ਸਿੱਖੀ ਸਰੂਪ ਦੇ ਵਿੱਚ ਆਪਾਂ ਹਾਂ, ਅਦਬ ਸਤਿਕਾਰ ਮਾਣ ਜਿਹੜਾ ਮਿਲਦਾ ਹੈ, ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਮਾਈ ਦਾ ਹੀ ਮਾਣ ਹੈ। ਜਦੋਂ ਕੋਈ ਬਾਪ ਪਿਤਾ
ਚੰਗੀ ਕਮਾਈ ਕਰੇ, ਸੰਸਾਰ ਦੇ ਵਿੱਚ ਚੰਗਾ ਮਸ਼ਹੂਰ ਹੋਵੇ, ਤੇ ਉਹਦੇ ਬੱਚੇ ਨੂੰ ਵੀ, ਪੁੱਤਰ ਨੂੰ ਵੀ ਫਿਰ ਉਹਨਾਂ ਮਾਣ ਮਿਲਣ ਲੱਗ ਪੈਂਦਾ ਹੈ ਕਿ ਜੀ ਫਲਾਣੇ ਦਾ ਪੁੱਤਰ ਹੈ। ਇਸੇ ਤਰ੍ਹਾਂ ਪ੍ਰਭ ਤੇ ਜਨ ਜਾਨੀਜੈ, ਜਨ ਤੇ ਸੁਆਮੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪੈਣ ਕਰਕੇ ਸੋ ਭਾਈ ਪੈੜਾ ਜੀ ਦਾ ਬੜਾ ਮਾਨ ਸਨਮਾਨ ਹੋਇਆ। ਇਹ ਮਹਾਰਾਜ ਜੀ ਦਾ ਪ੍ਰਤਾਪ ਦੇਖ ਕੇ ਬਹੁਤ ਪ੍ਰਸੰਨ ਹੋਏ ਕਿ ਸਾਰੀ ਧਰਤੀ ਉੱਤੇ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਤਾਪ ਹੈ। ਜਹ ਕਹਿ ਛਾਇ ਰਹਿਓ ਸਭ ਊਪਰ। ਜਿੱਥੇ ਕਿਤੇ ਗੁਰੂ ਨਾਨਕ ਸਾਹਿਬ ਜੀ ਦਾ ਸਾਰਿਆਂ ਦੇ ਉੱਤੇ ਪ੍ਰਤਾਪ ਜਿਹੜਾ ਛਾਇਆ ਹੈ। ਸਾਧ ਸੰਗਤ, ਜਿਸ ਵਕਤ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਬਹਾਵਲਪੁਰ ਗਏ ਨੇ, ਤੇ ਉੱਥੋਂ ਦੇ ਪੀਰ ਦੇ ਮਨ ਵਿੱਚ ਇਹ ਸ਼ੰਕਾ ਆਇਆ ਸੀ ਕਿ ਗੁਰਮੁਖ ਕੌਣ ਹੁੰਦੇ ਨੇ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਹਾਵਲਪੁਰ ਦੇ ਪੀਰ ਨੂੰ ਮੱਕੇ ਭੇਜਿਆ ਸੀ ਕਿ ਯਾਤਰਾ ਜਾ ਤੇ ਤੈਨੂੰ ਪਤਾ ਲੱਗੇ, ਤੇਰੇ ਪ੍ਰਸ਼ਨ ਦਾ ਉੱਤਰ ਮਿਲੇ। ਤੇ ਬਹਾਵਲਪੁਰ ਦੇ ਪੀਰ ਨੇ ਕਿਹਾ ਸੀ, ਕਹਿਣ ਲੱਗਾ ਮਹਾਰਾਜ ਜਿੰਨੇ ਚਿਰ ਤੱਕ ਮੈਂ ਆਉਂਦਾ ਨਹੀਂ ਉਹਨੇ ਚਿਰ ਤੱਕ ਤੁਸੀਂ ਮੇਰੀ ਗੱਦੀ ਤੇ ਬੈਠੋ। ਆਪ ਚਲਾ ਗਿਆ। ਰਸਤੇ ਵਿੱਚ ਇੱਕ ਟਾਪੂ ਆਇਆ ਸੀ। ਮੱਕੇ ਜਾਂਦਿਆਂ ਉੱਥੇ ਕੁਝ ਅਚਰਜ ਕੌਤਕ ਵਾਪਰੇ ਤੇ 2 ਦਿਨ ਇਸ ਨੂੰ ਭੋਜਨ ਨਾ ਮਿਲਿਆ, ਕਿਉਂਕਿ ਹੁਕਮ ਅਦੂਲੀ ਕੀਤੀ ਸੀ। ਮਨ ਵਿੱਚ ਸ਼ੰਕਾ ਲਿਆਂਦਾ ਸੀ। ਇੱਕ ਸ਼ੰਕਾ ਪਾਣੀ ਵਾਲਾ ਜਹਾਜ਼ ਡੁੱਬਦਾ, ਉਦੋਂ ਵੀ ਰੱਬ ਨੂੰ ਕੋਸਿਆ। ਇੱਕ ਵਾਰ ਸਮੁੰਦਰ ਵਿੱਚ ਮੀਂਹ ਪੈ ਰਿਹਾ ਸੀ, ਬਾਹਰ ਨਹੀਂ ਸੀ ਪੈ ਰਿਹਾ, ਉਦੋਂ ਵੀ ਰੱਬ ਨੂੰ ਕੋਸਿਆ ਕਿ ਜਿੱਥੇ ਪੈਣਾ ਚਾਹੀਦਾ ਹੈ ਉੱਥੇ ਪੈਂਦਾ ਨਹੀਂ, ਜਿੱਥੇ ਪੈ ਰਿਹਾ ਉੱਥੇ ਲੋੜ ਨਹੀਂ। 2 ਦਿਨ ਭੋਜਨ ਨਾ ਮਿਲਿਆ। ਤੇ ਜਦੋਂ ਭੋਜਨ ਨਾ ਮਿਲਿਆ ਤੇ ਫਿਰ ਉੱਥੋਂ ਦੇ ਜਿਹੜੇ ਸੰਤ ਸਨ ਉਹਨਾਂ ਨੇ ਇਹਨੂੰ ਪੁੱਛਿਆ। ਇਹਨੇ ਸਾਰੀ ਆਪਣੀ ਕਰਤੂਤ ਜਿਹੜੀ ਸੀ ਉਹ ਦੱਸੀ ਕਿ ਮੇਰੇ ਤੋਂ ਇਹ ਜਿਹੜਾ ਸੀ ਉਹ ਹੁਕਮ ਅਦੂਲੀ ਹੋਈ। ਆਹ 2 ਘਟਨਾ ਮੇਰੇ ਸਾਹਮਣੇ ਹੋਈਆਂ ਨੇ। ਉਸ ਵੇਲੇ ਉੱਥੋਂ ਦੇ ਸੰਤਾਂ ਨੇ ਕਿਹਾ ਕਿ ਤੂੰ ਤਾਂ ਮਨਮੁਖ ਹੈ। ਫਿਰ ਇਹਨੇ ਪੁੱਛਿਆ ਸੀ ਗੁਰਮੁਖ ਕੌਣ ਹੁੰਦਾ। ਕਹਿੰਦੇ ਜਿਹੜੇ ਪਰਮੇਸ਼ਰ ਦੇ ਭਾਣੇ ਵਿੱਚ ਰਹਿੰਦੇ ਨੇ ਉਹ ਗੁਰਮੁਖ ਹੁੰਦੇ। ਬਸ ਇਹ ਪ੍ਰਸ਼ਨ ਦਾ ਉੱਤਰ ਮਿਲ ਗਿਆ। ਚੱਲਿਆ ਤੇ ਮੱਕੇ ਨੂੰ ਸੀ। ਫਿਰ ਆਪਣਾ ਰੁੱਖ ਵਾਪਸ ਕਰ ਲਿਆ ਕਿ ਮੈਂ ਤਾਂ ਪ੍ਰਸ਼ਨ ਦਾ ਉੱਤਰ ਲੈਣ ਵਾਸਤੇ ਚੱਲਿਆ ਸੀ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇੱਥੇ ਮੈਨੂੰ ਉੱਤਰ ਮਿਲ ਗਿਆ। ਜਿਹੜੇ ਖੁਦਾ ਦੇ ਦਰਸ਼ਨ ਮੈਂ ਉੱਥੇ ਜਾ ਕੇ ਕਰਨੇ ਸੀ ਉਹ ਤਾਂ ਮੈਨੂੰ ਆਪ ਚੱਲ ਕੇ ਮਿਲਣ ਵਾਸਤੇ ਆਏ ਨੇ। ਜਦੋਂ ਵਾਪਸ ਤੁਰਨ ਲੱਗਾ ਤੇ ਭਾਈ ਵੀਰ ਸਿੰਘ ਲਿਖਦੇ ਨੇ ਕਿ ਇਹਦਾ ਮੁਸੱਲਾ ਤੁਰੇ ਹੀ ਨਾ। ਇਹਨੇ ਬੜਾ ਯਤਨ ਕੀਤਾ। ਜਦ ਪਾਣੀ ਵਾਲਾ ਇਹਦਾ ਜਹਾਜ਼ ਨਾ ਤੁਰਿਆ ਤੇ ਫਿਰ ਉਹ ਸੰਤਾਂ ਨੇ ਕਿਹਾ ਸੀ ਕਿ ਨਾਨਕ ਨਾਮ ਲਿਖੋ। ਗੁਰੂ ਨਾਨਕ ਨਾਮ ਲੈ ਕੇ ਤੇ ਜਦੋਂ ਰੱਖਿਆ ਤੇ ਉਸ ਵੇਲੇ ਦਾ ਪਾਣੀ ਦਾ ਜਹਾਜ਼ ਤੁਰਿਆ। ਭਾਈ ਵੀਰ ਸਿੰਘ ਲਿਖਦੇ ਨੇ ਕਿ ਇੱਥੋਂ ਆਪਾਂ ਹਿਸਾਬ ਲਾ ਸਕਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਸਿੱਖ ਕਿੰਨੀ ਦੂਰ ਤੱਕ ਗੁਰੂ ਨਾਨਕ ਸਾਹਿਬ ਜੀ ਨੇ ਸਿੱਖੀ ਦਾ ਬੂਟਾ ਲਾਇਆ ਸੀ ਕਿ ਏਡੇ ਏਡੇ ਮਹਾਨ ਸੰਤ ਕਮਾਈ ਵਾਲੇ ਪੀਰਾਂ ਨੂੰ ਵੀ ਇਹ ਸਿੱਖਿਆ ਦੇ ਰਹੀ ਸੀ ਕਿ ਗੁਰੂ ਨਾਨਕ ਸਾਹਿਬ ਦਾ ਨਾਮ ਲਿਖ ਤੇ ਫਿਰ ਇਹ ਤੇਰਾ ਜਹਾਜ਼ ਤੁਰੇਗਾ। ਸੋ ਇਸ ਲਈ ਧਰਤੀ ਦਾ ਕੋਈ ਐਸਾ ਕੋਨਾ ਨਹੀਂ ਜਿੱਥੇ ਵਸੋ ਹੋਵੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਚਰਨ ਨਾ ਪਾਏ ਹੋਣ। ਧਰਤੀ ਤੇ ਆਕਾਸ਼ ਲੋਕ ਸੁਮੇਰ ਪਰਬਤ ਵਰਗੇ ਇਲਾਕਿਆਂ ਤੇ ਜਿੱਥੇ ਮਾਨੀ ਪੀਰ ਰਹਿੰਦੇ ਸਨ ਤੇ ਹੈਰਾਨ ਹੋ ਕੇ ਪੁੱਛਦੇ ਸੀ ਕੌਣ ਸ਼ਕਤ ਤੋਹੇ ਇੱਥੇ ਲਿਆਈ। ਇਉਂ ਸਾਰੀ ਥਾਂ ਤੇ ਗੁਰੂ ਨਾਨਕ ਸਾਹਿਬ ਜੀ ਦਾ ਜਸ ਛਾਇਆ ਪਿਆ ਹੈ। ਸੋ ਇਹ ਦੇਖ ਕਰਕੇ ਭਾਈ ਪੈੜਾ ਜੀ ਮਨ ਵਿੱਚ ਬੜੇ ਪ੍ਰਸੰਨ ਨੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਭਾਰੀ ਜਸ ਸੰਸਾਰ ਤੇ ਛਾਇਆ ਹੈ। ਸਤਿਗੁਰ ਮਹਿਮਾ ਮਹਾ ਵਿਚਾਰਾ, ਵੱਡ ਪ੍ਰਤਾਪ ਪੂਰਨ ਪੂ ਭਰ, ਜਹ ਕਹਿ ਛਾਏ ਰਹਿਓ ਸਭ ਉੱਪਰ। ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਮਨ ਵਿੱਚ ਵਿਚਾਰ ਕੀਤੀ ਹੈ। ਮਗ ਮਹਿ ਆਵਤ ਸੰਗਤ ਹੀਰੇ। ਰਸਤੇ ਵਿੱਚ ਆਉਂਦਿਆਂ ਸੰਗਤਾਂ ਭਾਈ ਸਾਹਿਬ ਜੀ ਨੂੰ ਦੇਖ ਰਹੀਆਂ ਨੇ। ਇਸਤ ਕੀ ਪੂਜਾ ਹੋਤ ਵਡੇਰੇ। ਭਾਈ ਸਾਹਿਬ ਦੀ ਵੀ ਸੰਗਤ ਪੂਜਾ ਕਰ ਰਹੀ ਹੈ। ਹੁਣ ਪੂਜਾ ਸਿੱਖ ਦੀ ਹੋ ਰਹੀ ਗੁਰੂ ਸਾਹਿਬ ਜੀ ਦੀ ਕਮਾਈ ਕਰਕੇ ਹੀ। ਸਿੱਖ ਦਾ ਅਦਬ ਸਨਮਾਨ, ਪਰ ਉਹ ਸਿੱਖ ਕੈਸਾ ਅੰਦਰੋਂ ਬਾਹਰੋਂ ਇੱਕ ਕਮਾਈ ਵਾਲੇ ਗੁਰੂ ਸਾਹਿਬ ਜੀ ਦੇ ਨੇੜੇ ਰਹਿਣ ਵਾਲੇ ਨੇ। ਕਿਉਂਕਿ ਭਾਈ ਪੈੜਾ ਜੀ, ਭਾਈ ਸ਼ਾਲੋ ਜੀ ਇਹ ਉਹ ਸਿੱਖ ਨੇ। ਕੁਝ ਸੰਗਤਾਂ ਤੇ ਆਉਂਦੀਆਂ 15-20 ਦਿਨ ਰਹਿ ਕੇ ਵਾਪਸ ਮੁੜ ਜਾਂਦੀਆਂ ਸੀ। ਸਾਧ ਸੰਗਤ, ਇਹ ਉਹ ਸਿੱਖ ਸਨ ਜਿਹੜੇ ਗੁਰੂ ਸਾਹਿਬ ਜੀ ਦੇ ਹਮੇਸ਼ਾ ਨੇੜੇ ਰਹਿ ਕੇ ਸੇਵਾ ਕਰਦੇ ਸੀ। ਇੱਕ ਸੇਵਕ ਗੁਰ ਪਾਸ, ਇੱਕ ਗੁਰ ਘਰ ਲਾਈਆ। ਇਹ ਪਾਸ ਰਹਿਣ ਵਾਲੇ ਸੇਵਕ ਸਨ, ਕਮਾਈ ਵਾਲੇ ਸਨ।
ਇਹਨਾਂ ਦਾ ਸੰਗਤ ਨੇ ਬੜਾ ਮਾਨ ਸਨਮਾਨ ਕੀਤਾ ਏ। ਕ੍ਰਮ ਕਰ ਲੰਘਿਓ ਪੰਥ ਵਿਸਾਲਾ, ਹੌਲੀ ਹੌਲੀ ਭਾਈ ਪੈੜਾ ਜੀ ਸਾਰਾ ਰਸਤਾ ਨਿਕਲੇ ਹਨ। ਗੰਗਾ ਤੀਰ ਆਏ ਜਿਹ ਕਾਲਾ, ਰਸਤੇ ਵਿੱਚ ਆਉਂਦਿਆਂ ਜਿਸ ਸਮੇਂ ਆਪ ਜੀ ਗੰਗਾ ਦੇ ਕੰਢੇ ਤੇ ਪਹੁੰਚੇ ਹਨ, ਏਕ ਸਾਧ ਤਾਂ ਕੋ ਤਬ ਦੇਖਾ, ਹੁਣ ਇੱਕ ਸਾਧ ਜਿਹੜਾ ਸੀ ਉਸ ਨੇ ਭਾਈ ਸਾਹਿਬ ਜੀ ਵੱਲ ਦੇਖਿਆ ਹੈ। ਸਿਰ ਪੋਥੀ ਲਖ ਅਚਰਜ ਪੇਖਾ, ਭਾਈ ਸਾਹਿਬ ਨੇ ਆਪਣੇ ਸਿਰ ਦੇ ਉੱਤੇ ਪੋਥੀ ਰੱਖੀ ਹੋਈ ਹੈ। ਇਹ ਦੇਖ ਕਰਕੇ ਬੜਾ ਹੈਰਾਨ ਹੋਇਆ। ਨਿਰਾਧਾਰ ਪੋਥੀ ਸਿਰ ਆਵਾ, ਹੈਰਾਨੀ ਕਿਸ ਗੱਲ ਦੀ ਹੋਈ ਕਿ ਜਿਹੜੀ ਪੋਥੀ ਸੀ ਉਸ ਨੂੰ ਕੋਈ ਵੀ ਆਸਰਾ ਨਹੀਂ ਸੀ ਇਹਨਾਂ ਨੇ ਦਿੱਤਾ। ਦੇਖ ਸਾਧਨਾ ਕਿਸ ਦ੍ਰਿਸ਼ਟਾਵਾ, ਸਾਧ ਨੇ ਦੇਖ ਕਰਕੇ ਮਨ ਵਿੱਚ ਬੜਾ ਹੈਰਾਨ ਹੋਇਆ ਕਿ ਜਦੋਂ ਇਹਨੇ ਦੇਖਿਆ ਕਿ ਪੋਥੀ ਨੂੰ ਚੁੱਕਿਆ ਤਾਂ ਹੋਇਆ ਪਰ ਕੋਈ ਆਸਰਾ ਨਹੀਂ ਦਿੱਤਾ। ਕਿਸੇ ਵਸਤੂ ਨੂੰ ਚੁੱਕਣ ਵਾਸਤੇ ਸਿਰ ਤੇ ਕੋਈ ਆਸਰਾ ਦੇਣਾ ਪੈਂਦਾ ਹੈ, ਪਰ ਭਾਈ ਪੈੜਾ ਜੀ ਨੇ ਕੋਈ ਵੀ ਆਸਰਾ ਨਹੀਂ ਸੀ ਦਿੱਤਾ। ਦੇਖ ਅਜਮਤ ਪਾ ਆਵਤ ਸਾਥ, ਇਹ ਕਰਾਮਾਤ ਦੇਖ ਕਰਕੇ ਉਹ ਸਾਧ ਭਾਈ ਪੈੜਾ ਜੀ ਦੇ ਕੋਲ ਆਇਆ। ਕਰ ਡੇਰਾ ਪੂਛੀ ਸਭ ਗਾਥ, ਜਿੱਥੇ ਭਾਈ ਸਾਹਿਬ ਜੀ ਨੇ ਡੇਰਾ ਕੀਤਾ ਆਪਣਾ ਗੰਗਾ ਦੇ ਕੰਢੇ ਤੇ ਰਸਤੇ 'ਚ ਰੁਕੇ ਹਨ, ਉਥੇ ਸਾਧੂ ਨੇ ਭਾਈ ਸਾਹਿਬ ਤੋਂ ਪੁੱਛਿਆ ਹੈ, ਕੌਣ ਅਹੋ ਤੁਮ ਕਹਤੇ ਆਏ। ਉਹ ਸਾਧੂ ਕਹਿਣ ਲੱਗਾ ਗੰਗਾ ਇਸ਼ਨਾਨ ਲਈ ਆਇਆ ਸੀ। ਭਾਈ ਸਾਹਿਬ ਜੀ ਦੀ ਕਮਾਈ ਦੇਖ ਕੇ, ਇਹਨਾਂ ਅਚਰਜ ਕੌਤਕ ਦੇਖ ਕੇ ਪੁੱਛਦਾ ਏ, ਤੁਸੀਂ ਕੌਣ ਹੋ, ਕਿੱਥੋਂ ਆਏ ਹੋ? ਕੈਸੀ ਪੋਥੀ ਦੇਹੋਂ ਦਿਖਾਏ, ਆ ਜਿਹੜੀ ਤੁਸੀਂ ਪੋਥੀ ਲੈ ਕੇ ਆਏ ਹੋ ਇਹਦੇ ਵਿੱਚ ਹੈ ਕੀ, ਮੈਨੂੰ ਵੀ ਦਿਖਾਓ। ਇਹ ਬਹੁਤ ਵੱਡਾ ਕੋਈ ਗ੍ਰੰਥ ਲੱਗਦਾ ਹੈ। ਕਰੋ ਕਿਰਪਾ ਮੋਹਿ ਸਾਧੂ ਜਾਣ, ਮੈਨੂੰ ਸਾਧੂ ਜਾਣੋ ਤੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਇਸ ਪੋਥੀ ਦੇ ਦਰਸ਼ਨ ਕਰਾਵੋ। ਮੈਂ ਆਇਓ ਦਰਸ਼ਨ ਇਸ ਠਾਣ, ਮੈਂ ਦਰਸ਼ਨ ਕਰਨ ਵਾਸਤੇ ਤੁਹਾਡੇ ਕੋਲ ਰੁਕਿਆ ਹਾਂ। ਸੁਣ ਕਰ ਪੈੜੇ ਬਿੰਤੀ ਠਾਨੀ, ਸੁਣ ਕੇ ਭਾਈ ਪੈੜੇ ਨੇ ਇਸ ਦੀ ਬੇਨਤੀ ਸਿੰਗਲ ਦੀਪ ਤੇ ਪੋਥੀ ਆਨੀ। ਇਹ ਸਾਧੂ ਨੂੰ ਕਿਹਾ, ਕਹਿਣ ਲੱਗਾ ਕਿ ਮੈਂ ਸੰਗਲਾ ਦੀਪ ਜਿਹੜਾ ਅੱਜ ਸ਼੍ਰੀ ਲੰਕਾ ਹੈ, ਕਹਿਣ ਲੱਗੇ ਮੈਂ ਸੰਗਲਾ ਦੀਪ ਤੋਂ ਇਹ ਪੋਥੀ ਲੈ ਕੇ ਆਇਆ ਹਾਂ। ਅੰਮ੍ਰਿਤਸਰ ਗੁਰ ਅਰਜਨ ਧੀਰ, ਮੈਂ ਅੰਮ੍ਰਿਤਸਰ ਨੂੰ ਜਾ ਰਿਹਾ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ। ਚਲ ਦੇਖੋ ਤੁਮ ਤਿਨ ਕੇ ਤੀਰ, ਚਲੋ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਚੱਲ ਕੇ ਇਸ ਪੋਥੀ ਦੇ ਦਰਸ਼ਨ ਕਰੋ। ਗੁਰ ਆਗਿਆ ਮੁਝ ਖੋਲੋ ਨਾਹੀ, ਇਸ ਨੇ ਕਿਹਾ ਮੈਨੂੰ ਇੱਥੇ ਦਰਸ਼ਨ ਕਰਾ ਦਿਓ। ਭਾਈ ਪੈੜਾ ਜੀ ਕਹਿੰਦੇ ਨੇ ਮੈਨੂੰ ਤੋਰਨ ਲੱਗਿਆ ਗੁਰੂ ਸਾਹਿਬ ਨੇ ਹੁਕਮ ਕੀਤਾ ਸੀ ਕਿ ਪੋਥੀ ਲੈ ਕੇ ਤੁਰਨਾ, ਅੰਮ੍ਰਿਤਸਰ ਆਉਣਾ, ਇਸ ਪੋਥੀ ਨੂੰ ਰਸਤੇ ਵਿੱਚ ਖੋਲ੍ਹਣਾ ਨਹੀਂ। ਇਸ ਲਈ ਮੈਨੂੰ ਗੁਰੂ ਦਾ ਹੁਕਮ ਨਹੀਂ ਹੈ ਤੇ ਤੁਸੀਂ ਜੇ ਗ੍ਰੰਥ ਨੂੰ ਪੋਥੀ ਨੂੰ ਦੇਖਣਾ ਹੈ ਤੇ ਫਿਰ ਮੇਰੇ ਨਾਲ ਅੰਮ੍ਰਿਤਸਰ ਚੱਲੋ। ਉੱਥੇ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਕੋਲ ਚੱਲ ਕੇ ਇਹ ਪੋਥੀ ਦੇਖ ਲਓ। ਜਾਂ ਤੇ ਤੁਮ ਪੈ ਬਿੰਤੀ ਪ੍ਰਾਹੀ, ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਮੈਨੂੰ ਗੁਰੂ ਸਾਹਿਬ ਦਾ ਹੁਕਮ ਨਹੀਂ ਹੈ ਖੋਲਣ ਦਾ। ਸੁਣ ਬਚ ਸਾਧ ਹਿਰਦੈ ਅਸਠਾਨੀ, ਜਦੋਂ ਭਾਈ ਪੈੜਾ ਜੀ ਦੀ ਗੱਲ ਸੁਣੀ ਤੇ ਸੁਣ ਕੇ ਉਹ ਜਿਹੜਾ ਸਾਧੂ ਸੀ ਜਿਹਨੇ ਬੇਨਤੀ ਕੀਤੀ ਮੈਨੂੰ ਇਹ ਪੋਥੀ ਦਿਖਾਓ, ਦੇਖ ਕੇ ਮਨ ਵਿੱਚ ਬੜਾ ਹੈਰਾਨ ਹੋਇਆ। ਚਲ ਦੇਖੋ ਗੁਰ ਕੇ ਨਿਕਟਾਨੀ, ਫਿਰ ਭਾਈ ਸਾਹਿਬ ਕਹਿੰਦੇ ਗੁਰੂ ਸਾਹਿਬ ਦੇ ਕੋਲ ਚੱਲੋ ਅੰਮ੍ਰਿਤਸਰ, ਉੱਥੇ ਚੱਲ ਕੇ ਦੇਖ ਲਿਓ। ਇਹਨੇ ਮਨ ਵਿੱਚ ਵਿਚਾਰ ਕਰ ਲਈ ਕਿ ਮੈਂ ਇਹਦੇ ਨਾਲ ਹੀ ਚੱਲਦਾ। ਚੱਲ ਕੇ ਗੁਰੂ ਸਾਹਿਬ ਜੀ ਦੇ ਕੋਲ ਜਾ ਕੇ ਦੇਖਦਾ ਹਾਂ। ਨਿਸ਼ ਬਤੀਤ ਕਰ ਪ੍ਰਾਂਤ ਇਸ਼ਨਾਨੇ, ਗੰਗਾ ਦੇ ਕੰਢੇ ਤੇ ਰਾਤ ਡੇਰਾ ਕੀਤਾ ਹੈ, ਰਾਤ ਬਤੀਤ ਕੀਤੀ, ਸਵੇਰੇ ਤੁਰਨ ਲੱਗਿਆ ਇਸ਼ਨਾਨ ਕੀਤਾ ਹੈ। ਗੰਗ ਮਾਤ ਪਦ ਬੰਦ ਸੁਧਾਨੇ, ਇਹ ਸਾਧੂ ਜਿਹੜਾ ਸੀ ਇਹ ਗੰਗਾ ਦਰਸ਼ਨਾਂ ਨੂੰ ਗਿਆ ਸੀ, ਨਮਸਕਾਰਾਂ ਕਰਕੇ ਉੱਥੋਂ ਤੁਰ ਪਿਆ। ਪੈੜਾ ਸਾਧ ਜੁਗਮ ਚਲ ਆਵਾ, ਭਾਈ ਪੈੜਾ ਜੀ ਤੁਰੇ ਨੇ ਤੇ ਭਾਈ ਪੈੜਾ ਜੀ ਦੇ ਨਾਲ ਇਹ ਸਾਧੂ ਜਿਹੜਾ ਸੀ ਇਹ ਵੀ ਚੱਲਿਆ। ਦੋਨੋਂ ਜਣੇ ਸਨ, ਅੰਮ੍ਰਿਤਸਰ ਨੂੰ ਤੁਰ ਪਏ ਨੇ। ਮਗ ਮੈਂ ਚਰਚਾ ਕਰ ਬਿਗਸਾਵੈ, ਰਸਤੇ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਦੀਆਂ, ਆਤਮਾ ਦੀਆਂ ਚਰਚਾ ਕਰਦੇ ਨੇ ਤੇ ਬੜੇ ਪ੍ਰਸੰਨ ਹੁੰਦੇ ਨੇ। ਪੈੜੇ ਉਪਜਿਓ ਕੁਛ ਹੰਕਾਰਾ, ਆਉਂਦਿਆਂ ਆਉਂਦਿਆਂ ਭਾਈ ਪੈੜਾ ਜੀ ਦੇ ਮਨ ਵਿੱਚ ਸੂਖਮ ਜਿਹਾ ਹੰਕਾਰ ਜਿਹੜਾ ਸੀ ਉਹਨੇ ਜਨਮ ਲਿਆ, ਕਿਉਂਕਿ ਸਾਧ ਸੰਗਤ ਜਿਹੜਾ ਹੰਕਾਰ ਹੈ, ਹਉਮੈ ਹੈ, ਇਹ ਸੂਖਮ ਤੋਂ ਸੂਖਮ ਵੀ ਅੰਦਰ ਰਹਿ ਜਾਵੇ ਤੇ ਕੁਝ ਤੋਂ ਕੁਝ ਕਰਾ ਦਿੰਦਾ ਹੈ। ਪਰ ਇਹ ਹੰਕਾਰ ਹੈ ਕਿ ਪਤਾ ਨਹੀਂ ਕਿੱਥੋਂ ਜਨਮ ਲੈ ਲਵੇ, ਗੁਣਾਂ ਦਾ, ਵਸਤੂਆਂ ਦਾ, ਧਨ ਦੌਲਤ ਦਾ, ਅਹੁਦੇ ਦਾ। ਇਹ ਵੀ ਕਈ ਵਾਰੀ ਮਾਣ ਆ ਜਾਂਦਾ ਹੈ ਕਿ ਮੈਂ ਗੁਰੂ ਦੇ ਦਰ ਦੀ ਸੇਵਾ ਇੰਨੇ ਚਿਰ ਤੋਂ ਕਰ ਰਿਹਾ, ਮੈਂ ਗੁਰੂ ਦੇ ਦਰਸ਼ਨਾਂ ਦੇ ਵਿੱਚ ਕਦੇ ਨਾਗਾ ਨਹੀਂ ਪਾਇਆ, ਮੈਂ ਅੰਮ੍ਰਿਤ ਵੇਲੇ ਉੱਠਦਾ, ਨਿਤਨੇਮ ਕਰਦਾ। ਕਈ ਵਾਰੀ ਸੂਖਮ ਤੋਂ ਸੂਖਮ ਹੰਕਾਰ ਵੀ ਅੰਦਰ ਆ ਜਾਂਦਾ ਹੈ। ਇਸ ਤਰ੍ਹਾਂ ਦਾ ਹੰਕਾਰ ਸੂਖਮ ਜਿਹਾ ਭਾਈ ਸਾਹਿਬ ਜੀ ਦੇ ਮਨ ਵਿੱਚ ਜਿਹੜਾ ਸੀ ਉਹ ਪੈਦਾ ਹੋਇਆ।
ਹੰਕਾਰ ਨੇ ਜਨਮ ਲਿਆ। ਗੁਰ ਕਿਰਪਾ ਬੜ ਕਾਰਜ ਸਾਰਾ। ਮਨ ਵਿੱਚ ਇਹ ਖਿਆਲ ਆਇਆ ਕਿ ਮੈਂ ਬਹੁਤ ਵੱਡਾ ਕੰਮ ਕਰਕੇ ਆਇਆ। ਹੈ ਵੀ ਬਹੁਤ ਵੱਡਾ ਸੀ, ਕਿਉਂਕਿ ਦੂਰ ਗਏ ਸਨ ਸੰਗਲਾ ਦੀਪ, ਤੇ ਗੁਰੂ ਸਾਹਿਬ ਦੇ ਹੁਕਮ ਸਦਕਾ ਇਹ ਪੋਥੀ ਲੈ ਕੇ ਆਏ। ਗੁਰੂ ਸਾਹਿਬ ਨੇ ਹੁਕਮ ਦਿੱਤਾ ਸੀ ਖੋਲਣੀ ਨਹੀਂ ਰਸਤੇ ਵਿੱਚ। ਇਹ ਵੀ ਮਨ ਵਿੱਚ ਹੰਕਾਰ ਆ ਗਿਆ ਕਿ ਮੈਂ ਗੁਰੂ ਸਾਹਿਬ ਦਾ ਹੁਕਮ ਮੰਨਿਆ ਹੈ, ਇਸ ਲਈ ਹਉਮੈ ਵੱਡਾ ਰੋਗ ਹੈ। ਹਉਮੈ ਤੋਂ ਹੀ ਬਾਕੀ ਫਿਰ ਸਾਰੀਆਂ ਖੇਡਾਂ ਸ਼ੁਰੂ ਹੁੰਦੀਆਂ ਨੇ। ਪਹਿਲਾਂ ਮਨ ਵਿੱਚ ਹੰਕਾਰ ਆਇਆ, ਫਿਰ ਅੱਗੇ ਜਿਹੜੀ ਹੈ ਕੋਈ ਨਾ ਕੋਈ ਖੇਡ ਵਰਤ ਜਾਂਦੀ। ਇਹਨੇ ਮਨ ਵਿੱਚ ਇਹ ਸੋਚਿਆ ਭਾਈ ਸਾਹਿਬ ਨੇ ਕਿ ਮੈਂ ਬਹੁਤ ਵੱਡਾ ਕਾਰਜ ਜਿਹੜਾ ਹੈ ਗੁਰੂ ਸਾਹਿਬ ਨੇ ਮੇਰੇ ਤੋਂ ਕਰਾ ਲਿਆ। ਆਣ ਸੁਦਾ ਸਰ ਡੇਰਾ ਠਾਨਾ। ਜਦੋਂ ਅੰਮ੍ਰਿਤਸਰ ਪਹੁੰਚੇ ਇੱਥੇ ਆ ਕੇ ਡੇਰਾ ਕੀਤਾ ਏ। ਪੈੜਾ ਆਪਣੇ ਧਾਮ ਸਿਧਾਨਾ। ਜਿੱਥੇ ਭਾਈ ਪੈੜਾ ਜੀ ਦਾ ਨਿਵਾਸ ਸਥਾਨ ਸੀ ਉੱਥੇ ਭਾਈ ਸਾਹਿਬ ਚਲੇ ਗਏ। ਪੋਥੀ ਖੋਲ ਪਠੀ ਤਿਨ ਸਾਰੀ। ਭਾਈ ਸਾਹਿਬ ਆਪਣੇ ਨਿਵਾਸ ਸਥਾਨ ਤੇ ਜਾ ਕੇ ਇਹਨਾਂ ਨੇ ਜਿਹੜੀ ਪੋਥੀ ਲਿਆਂਦੀ ਸੀ ਸੰਗਲਾ ਦੀਪ ਤੋਂ, ਇਹ ਪੋਥੀ ਜਾ ਕੇ ਖੋਲ ਲਈ ਤੇ ਸਾਰੀ ਪੜ੍ਹੀ ਹੈ। ਕਲਾ ਜੋਗ ਕੀ ਸਕਲ ਉਚਾਰੀ। ਇਸ ਪੋਥੀ ਵਿੱਚ ਫਿਰ ਕੀ ਦੇਖਿਆ ਕਿ ਜੋਗ ਦੀ ਕਲਾ ਜਿਹੜੀ ਸੀ ਉਹੀ ਇਹਨਾਂ ਨੂੰ ਦਿਸੀ ਹੈ। ਦੁਲੱਭ ਬਾਤ ਅਦਭੁਤ ਗਤ ਦੇਖ। ਇਹ ਦੁਰਲੱਭ ਤੇ ਅਦਭੁਤ ਖੇਡ ਦੇਖ ਕਰਕੇ ਸਾਧੇ ਜਿਸ ਅਜਮਤ ਜੋ ਵਿਸ਼ੇਖ। ਜਿਸ ਦੀ ਸਾਧਨਾ ਕਰਨ ਦੇ ਨਾਲ ਬੰਦੇ ਨੂੰ ਕਰਾਮਾਤ ਪ੍ਰਾਪਤ ਹੁੰਦੀ ਹੈ। ਪ੍ਰਭ ਮਾਇਆ ਤੇ ਚਿਤ ਪਰਮਾਇਸ। ਅਕਾਲ ਪੁਰਖ ਦੀ ਮਾਇਆ ਐਸੀ ਹੈ, ਉਸ ਨੇ ਇਹਨਾਂ ਦੇ ਚਿੱਤ ਨੂੰ ਭਰਮਾ ਦਿੱਤਾ। ਮਨ ਵਿੱਚ ਹਉਮੈ ਆਈ ਕਿ ਮੈਂ ਇੰਨਾ ਵੱਡਾ ਕੰਮ ਕਰਕੇ ਵਾਪਸ ਆ ਗਿਆ, ਤੇ ਇੱਥੇ ਆ ਕੇ ਉਹ ਜਿਹੜੀ ਪੋਥੀ ਸੀ ਖੋਲ ਲਈ। ਵਿੱਚ ਕੀ ਦੇਖਿਆ? ਯੋਗ ਸਾਧਨਾ ਲਿਖੀ ਹੋਈ। ਇੰਝ ਕਹਿ ਲਓ ਕਿ ਇਸ ਨੂੰ ਸਾਧਨ ਦੇ ਨਾਲ, ਯੋਗ ਸਾਧਨਾ ਸਾਧਨ ਦੇ ਨਾਲ ਕਰਾਮਾਤ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਮਾਇਆ ਨੇ ਜਿਹੜਾ ਚਿੱਤ ਸੀ ਉਹ ਭਰਮਾ ਦਿੱਤਾ। ਸਾਧੇ ਜਿਸਮ ਅਜਮਤ ਸੋ ਵਿਸ਼ੇਖ। ਪ੍ਰਭ ਮਾਇਆ ਤੇ ਚਿਤ ਪਰਮਾਇਸ। ਮਾਇਆ ਨੇ ਜਿਹੜਾ ਸੀ ਚਿੱਤ ਭਰਮਾ ਦਿੱਤਾ। ਕੁਛ ਪ੍ਰਸੰਗ ਨਿਜ ਸਦਨ ਦੁਰਾਇਸ। ਇਹਨਾਂ ਨੇ ਕੁਝ ਉਹਦੇ ਵਿੱਚੋਂ ਪ੍ਰਸੰਗ ਜਿਹੜੇ ਸੀ ਉਹ ਕੱਢ ਲਏ ਤੇ ਆਪਣੇ ਘਰ ਵਿੱਚ ਲੁਕਾ ਲਏ। ਗੁਰ ਪਦ ਆਣ ਬੰਦਨਾ ਕੀਨ। ਫਿਰ ਉੱਠੇ ਹਨ ਤੇ ਉਹ ਪੋਥੀ ਲਈ ਤੇ ਗੁਰੂ ਸਾਹਿਬ ਦੇ ਕੋਲ ਆਏ ਤੇ ਆ ਕੇ ਚਰਨਾਂ ਤੇ ਨਮਸਕਾਰ ਕੀਤੀ ਹੈ। ਪੋਥੀ ਭੇਟਾ ਪਾਤੀ ਦੀਨ। ਮਹਾਰਾਜ ਜੀ ਨੇ ਉਹ ਪੋਥੀ ਜਿਹੜੀ ਸੀ ਸੰਗਲਾ ਦੀਪ ਤੋਂ ਲਿਆਂਦੀ, ਉਹ ਗੁਰੂ ਚਰਨਾਂ ਵਿੱਚ ਭੇਟ ਕਰ ਦਿੱਤੀ। ਅੰਤਰਜਾਮੀ ਗੁਰੂ ਪ੍ਰਬੀਨ। ਹੁਣ ਗੁਰੂ ਕੋਲੋਂ ਤਾਂ ਕੁਝ ਲੁਕਿਆ ਨਹੀਂ ਨਾ। ਜੇ ਗੁਰੂ ਸਾਹਿਬ ਨੇ ਬਖਸ਼ਿਸ਼ ਦੇ ਕੇ ਭਾਈ ਪੈੜਾ ਜੀ ਨੂੰ ਤੋਰਿਆ ਹੈ, ਫਿਰ ਗੁਰੂ ਅੰਤਰਜਾਮੀ ਹੈ, ਗੁਰੂ ਜਾਣਦੇ ਆਪ ਨੇ। ਕਿਉਂਕਿ ਗੁਰੂ ਸਾਹਿਬ ਆਪ ਅੰਗ ਸੰਗ ਨੇ, ਅੰਗ ਸੰਗ ਹੋ ਕੇ ਸਾਰੇ ਕਾਰਜ ਕਰਾਏ ਨੇ। ਤੇ ਫਿਰ ਮਨ ਵਿੱਚ ਹੰਕਾਰ ਜਨਮ ਲੈਂਦਾ ਹੈ ਕਿ ਇੰਨਾ ਵੱਡਾ ਕੰਮ ਮੈਂ ਆਪ ਹੀ ਕਰ ਲਿਆ। ਮਾਇਆ ਨੇ ਚਿੱਤ ਭਰਮਾ ਦਿੱਤਾ। ਕੁਝ ਵਿੱਚੋਂ ਪ੍ਰਸੰਗ ਕੱਢੇ, ਘਰੇ ਰੱਖ ਆਏ। ਆ ਕੇ ਗੁਰੂ ਸਾਹਿਬ ਦੇ ਚਰਨਾਂ ਤੇ ਨਮਸਕਾਰ ਕੀਤੀ। ਤਿਨਹਿ ਕਰੇ ਜੋ ਸਭ ਲਖ ਲੀਨਾ। ਜੋ ਘਰ ਵਿੱਚ ਕਰਕੇ ਆਏ ਸੀ ਗੁਰੂ ਸਾਹਿਬ ਨੇ ਸਭ ਜਾਣ ਲਿਆ। ਖੋਲ ਬਿਲੋਕੀ ਪਠ ਕਰ ਸੋਈ। ਉਹ ਪੋਥੀ ਜਿਹੜੀ ਸੀ ਜਦੋਂ ਖੋਲ ਕੇ ਦੇਖੀ ਹੈ, ਸਾਰੀ ਪੜ੍ਹੀ ਹੈ। ਅਣਕ ਬਿਦਨ ਸਿਧਦਾਇਕ ਜੋਈ। ਜਿਸ ਪੋਥੀ ਦੇ ਵਿੱਚ ਜੋਗ ਮਤ ਸਿੱਧ ਕਰਨ ਨੂੰ ਲਿਖਿਆ ਹੈ, ਆਦ ਅੰਤ ਲੋ ਪਠ ਕਰ ਸਾਰੀ। ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਇਸ ਨੂੰ ਪੜ੍ਹਿਆ। ਜਿਸ ਤੇ ਅਜਮਤ ਲਹਿ ਕਰ ਭਾਰੀ। ਇਸ ਦੇ ਵਿੱਚੋਂ ਭਾਰੀ ਅਜਮਤ ਪ੍ਰਾਪਤ ਹੁੰਦੀ ਸੀ। ਸ੍ਰੀ ਅਰਜਨ ਤਬ ਹਿਰਦੈ ਵਿਚਾਰੀ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਹਿਰਦੇ 'ਚ ਵਿਚਾਰ ਕੀਤੀ ਹੈ। ਜੀਵ ਮੰਦ ਮਤ ਹੋਏ ਕਲ ਭਾਰੀ। ਕਿ ਭਾਰੀ ਕਲਯੁਗ ਦਾ ਸਮਾਂ ਹੈ, ਤੇ ਇਸ ਕਲਯੁਗ ਦੇ ਸਮੇਂ ਦੇ ਵਿੱਚ ਜਿਹੜੇ ਜੀਵ ਨੇ ਉਹਨਾਂ ਦੀ ਮੱਤ ਵੀ ਜਿਹੜੀ ਹੈ ਉਹ ਬਹੁਤੀ ਉੱਚੀ ਨਹੀਂ ਹੈ। ਪੋਥੀ ਪੜ੍ਹੈ ਬੁੱਧ ਫਿਰ ਜਾਏ। ਜਿਹੜੇ ਜੀਵ ਕਲਯੁਗ ਦੇ ਪ੍ਰਭਾਵ ਦੇ ਸਹਿਤ ਹਨ, ਉਹ ਇਹਨਾਂ ਪ੍ਰਸੰਗਾਂ ਨੂੰ, ਅਧਿਆਇਆਂ ਨੂੰ ਪੜ੍ਹਨਗੇ ਤੇ ਇਹਨਾਂ ਦੇ ਪੜ੍ਹਨ ਦੇ ਨਾਲ ਬੁੱਧ ਜਿਹੜੀ ਹੈ ਉਹ ਫਿਰ ਜਾਵੇਗੀ। ਗਿਆਨਹੀਣ ਜਗ ਸਿੱਧ ਕਹਾਏ। ਫਿਰ ਗਿਆਨ ਤੋਂ ਹੀਣੇ ਇਹ ਲੋਕ ਸਿੱਧ ਕਹਾਉਣਗੇ। ਜਿਸ ਤਰ੍ਹਾਂ ਇਹ ਸਿੱਧ ਲੋਕ ਰਿੱਧੀਆਂ ਸਿੱਧੀਆਂ ਪ੍ਰਾਪਤ ਕਰਕੇ ਮਾਨੀ ਹੋ ਗਏ, ਹੰਕਾਰੀ ਹੋ ਗਏ, ਗੋਰਖਨਾਥ, ਚਰਪਟਨਾਥ, ਘੁੱਗੂਨਾਥ ਵਰਗੇ, ਫਿਰ ਉਹਨਾਂ ਨੂੰ ਗੁਰੂ ਸਾਹਿਬ ਨੇ ਉਪਦੇਸ਼ ਹੀ ਦਿੱਤਾ ਸੀ ਕਿ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਮਨੁੱਖਾ ਸਰੀਰ ਕਰਾਮਾਤਾਂ ਦਿਖਾਉਣ ਵਾਸਤੇ ਨਹੀਂ, ਉਹਦੀ ਭਗਤੀ ਕਰਨ ਵਾਸਤੇ ਦਿੱਤਾ ਹੈ। ਪਰ ਜਦੋਂ ਸਤਿਗੁਰਾਂ ਨੇ ਪੋਥੀ ਵਿੱਚ ਕੁਝ ਅਧਿਆਏ ਦੇਖੇ, ਉਹ ਯੋਗ ਮਤ ਨੂੰ ਸਿੱਧ ਕਰਨ ਵਾਲੇ ਸੀ, ਜਿਸ ਨੂੰ ਸਾਧਨ ਦੇ ਨਾਲ ਕਰਾਮਾਤ ਦੀ ਪ੍ਰਾਪਤੀ ਹੁੰਦੀ ਸੀ। ਨਾਲੇ ਗੁਰਦੇਵ ਨੇ ਵਿਚਾਰਿਆ ਕਿ ਕਲਯੁਗ ਦੇ ਜੀਵ ਛੋਟੀ ਮੱਤ ਵਾਲੇ ਨੇ। ਜਦੋਂ ਇਹਨਾਂ ਅਧਿਆਇਆਂ ਨੂੰ ਪੜ੍ਹਨਗੇ, ਸਾਧਨਾ
ਕਰਨਗੇ ਇਹਨਾਂ ਦੀ ਤੇ ਕਰਾਮਾਤੀ ਹੋਣਗੇ, ਤੇ ਗਿਆਨ ਤੋਂ ਹੀਣੇ ਜਿਹੜੇ ਹਨ ਆਪਣੇ ਆਪ ਨੂੰ ਸਿੱਧ ਕਹਾਉਣਗੇ। ਜਾਤੀ ਉਚਿਤ ਨ ਪੋਥੀ ਰਾਖਣਾ, ਇਸ ਲਈ ਇਹਨਾਂ ਅਧਿਆਇਆਂ ਨੂੰ ਆਪਣੇ ਪਾਸ ਰੱਖਣਾ ਉਚਿਤ ਯੋਗ ਨਹੀਂ ਹੈ। ਇਸ ਕਰ ਪੈੜੇ ਕੋ ਕੀਏ ਭਾਖਣਾ, ਇਸ ਲਈ ਗੁਰੂ ਸਾਹਿਬ ਜੀ ਨੇ ਭਾਈ ਪੈੜੇ ਜੀ ਦੇ ਤਾਈਂ ਇਹ ਬਚਨ ਕਹੇ ਨੇ। ਜੋ ਪ੍ਰਸੰਗ ਇਸ ਤੇ ਨਿਕਸਾਇਓ, ਮਹਾਰਾਜ ਕਹਿੰਦੇ ਜੋ ਪ੍ਰਸੰਗ ਤੂੰ ਇਸ ਪੋਥੀ ਵਿੱਚੋਂ ਕੱਢੇ ਹਨ, ਸੋ ਪੀ ਚਹੀਏ ਇਹਾਂ ਮਿਲਾਇਓ। ਉਹ ਪ੍ਰਸੰਗ ਆਪਣੇ ਘਰੋਂ ਲੈ ਆ ਤੇ ਉਹ ਪ੍ਰਸੰਗ ਵੀ ਇਸ ਪੋਥੀ ਵਿੱਚ ਮਿਲਾ ਦੇ। ਜੋ ਮੰਗਾਏ ਜਲ ਕਰਿਓ ਪ੍ਰਵਾਹ, ਗੁਰੂ ਸਾਹਿਬ ਜੀ ਨੇ ਭਾਈ ਪੈੜੇ ਪਾਸੋਂ ਪ੍ਰਸੰਗ ਮੰਗਾ ਲਏ। ਮੰਗਵਾ ਕੇ ਇਹ ਸਾਰਾ ਜਿਹੜਾ ਗ੍ਰੰਥ ਸੀ ਪ੍ਰਾਣ ਸੰਗਲੀ, ਇਸ ਨੂੰ ਜਲ ਪ੍ਰਵਾਹ ਕੀਤਾ ਹੈ। ਅਚਰਜ ਦੇਖ ਭਏ ਸਭ ਤਾਹੇ, ਇਹ ਅਚਰਜ ਕੌਤਕ ਦੇਖ ਕਰਕੇ ਸਾਰੇ ਹੈਰਾਨ ਹੋਏ ਨੇ। ਦੇਖ ਸਾਧ ਬਿਸਮਤ ਹੋਏ ਭਾਰੀ, ਉਹ ਜਿਹੜਾ ਸਾਧੂ ਗੰਗਾ ਦੇ ਕੰਢੇ ਤੇ ਮਿਲਿਆ ਸੀ ਭਾਈ ਸਾਹਿਬ ਨੂੰ, ਉਹ ਦੇਖ ਕੇ ਮਨ ਵਿੱਚ ਬੜਾ ਹੈਰਾਨ ਹੋਇਆ। ਗੁਰਪਦ ਨਿਕਟ ਸੋ ਬਿਨੈ ਉਚਾਰੀ, ਉਸ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਕੋਲ ਆ ਕੇ ਬੇਨਤੀ ਕੀਤੀ। ਮਹਾਰਾਜ ਮੁਝ ਸੁਣੇ ਅਰਦਾਸ, ਕਹਿਣ ਲੱਗਾ ਮਹਾਰਾਜ ਜੀ, ਸਤਿਗੁਰੂ ਜੀ ਮੇਰੀ ਬੇਨਤੀ ਨੂੰ ਸੁਣੋ। ਦੂਰੋਂ ਤੇ ਆਵਾ ਧਰਿਆਸ, ਮੈਂ ਤਾਂ ਬੜੀ ਆਸ ਲੈ ਕੇ ਉਮੀਦ ਲੈ ਕੇ ਦੂਰੋਂ ਚੱਲ ਕੇ ਤੁਹਾਡੇ ਕੋਲ ਆਇਆ। ਪੜੋ ਲਿਖੋ ਪੋਥੀ ਗੁਰ ਜੋਈ, ਮੈਂ ਇਸ ਲਈ ਚੱਲ ਕੇ ਆਇਆ ਸੀ ਕਿ ਪੋਥੀ ਦੇ ਵਿੱਚ ਕੁਝ ਮੈਂ ਕਰਾਮਾਤ ਦੇਖੀ, ਕਿਉਂਕਿ ਭਾਈ ਪੈੜਾ ਜੀ ਨੇ ਸਿਰ ਤੇ ਰੱਖੀ ਬਿਨਾਂ ਆਸਰੇ ਤੋਂ ਪੋਥੀ ਟਿਕੀ ਸੀ। ਆਸ ਲੈ ਕੇ ਚੱਲ ਕੇ ਆਇਆ ਸੀ ਕਿ ਤੁਹਾਡੇ ਕੋਲੇ ਪੋਥੀ ਦੇ ਦਰਸ਼ਨ ਕਰਾਂਗਾ। ਲਾਭ ਅਧਿਕ ਜਾਤੇ ਮੋਹ ਹੋਈ, ਮੈਨੂੰ ਇੱਥੇ ਆਉਣ ਦਾ ਤਾਂ ਲਾਭ ਪ੍ਰਾਪਤ ਹੋਣਾ ਸੀ। ਦੇਖ ਸਾਧ ਧੀਰਜ ਮਨ ਖੋਇਓ, ਜਦੋਂ ਸਤਿਗੁਰਾਂ ਨੇ ਦੇਖਿਆ ਕਿ ਇਸ ਸਾਧੂ ਦੇ ਮਨ ਦਾ ਜਿਹੜਾ ਧੀਰਜ ਸੀ ਉਹ ਦੂਰ ਹੋ ਰਿਹਾ, ਮਨ ਵਿੱਚ ਬੜਾ ਉਦਾਸ ਹੋ ਰਿਹਾ ਹੈ, ਸੀਸ ਚਰਨ ਧਰ ਨਮਰੀ ਹੋਇਓ। ਤੇ ਗੁਰੂ ਸਾਹਿਬ ਦੇ ਚਰਨਾਂ ਦੇ ਉੱਤੇ ਨੇ ਸਿਰ ਰੱਖਿਆ ਤੇ ਬੜੀ ਸਨਿਮਰ ਹੋ ਕੇ ਬੇਨਤੀ ਕੀਤੀ। ਸਾਧ ਦਸ਼ਾ ਦੇ ਗੁਰੂ ਕਿਰਪਾਲ, ਮਹਾਰਾਜ ਕਿਰਪਾਲੂ ਸਤਿਗੁਰਾਂ ਨੇ ਇਸ ਸਾਧੂ ਦੀ ਦਸ਼ਾ ਦੇਖੀ ਹੈ। ਜੋ ਇੱਛਾ ਕੜ ਲਿਹੋ ਤਤਕਾਲ, ਮਹਾਰਾਜ ਜੀ ਕਹਿਣ ਲੱਗੇ ਜੇ ਤੇਰੀ ਇੱਛਾ ਹੀ ਹੈ ਇਹ ਪ੍ਰਾਣ ਸੰਗਲੀ ਆਪਣੇ ਕੋਲ ਰੱਖਣ ਦੀ ਜਾਂ ਦੇਖਣ ਦੀ, ਤੇ ਫਿਰ ਤੇਰੀ ਇੱਛਾ ਪੂਰੀ ਕਰ ਦਿੰਨੇ ਆ। ਇਸ ਪੋਥੀ ਨੂੰ ਜੇ ਤੂੰ ਦੇਖਣਾ ਹੈ ਤੇ ਫਿਰ ਇਸ ਜਲ ਵਿੱਚੋਂ ਇਹਨੂੰ ਬਾਹਰ ਕੱਢ ਲੈ। ਸ਼ੀਗਰ ਪਰਵਿਸ਼ ਜਲ ਕੱਢ ਕਰ ਲੀਨੀ, ਸਤਿਗੁਰੂ ਜੀ ਦਾ ਹੁਕਮ ਮੰਨ ਕੇ ਬੜੀ ਛੇਤੀ ਪ੍ਰਵੇਸ਼ ਹੋਇਆ ਜਲ ਵਿੱਚ ਤੇ ਉਹ ਪੋਥੀ ਬਾਹਰ ਕੱਢ ਲਈ ਹੈ। ਹੋਏ ਪ੍ਰਸੰਨ ਗੁਰ ਤਾਂ ਕੋ ਦੀਨੀ, ਸਤਿਗੁਰੂ ਜੀ ਨੇ ਪ੍ਰਸੰਨ ਹੋ ਕੇ ਉਹ ਪੋਥੀ ਜਿਹੜੀ ਸੀ ਇਸ ਸਾਧੂ ਦੇ ਤਾਈਂ ਦੇ ਦਿੱਤੀ ਹੈ। ਕੇਤਿਕ ਸਮੈ ਸੇਵ ਪੁਨ ਕਰੀ, ਕੁਝ ਕੁ ਸਮੇਂ ਸਤਿਗੁਰੂ ਜੀ ਦੇ ਕੋਲ ਰਹਿ ਕੇ ਸੇਵਾ ਕਰਦਾ ਰਿਹਾ। ਗੁਰ ਸ਼ਰਧਾ ਅਰ ਅਤ ਗੁਰ ਮੈਂ ਧਰੀ, ਹਿਰਦੇ ਵਿੱਚ ਬਹੁਤੀ ਸ਼ਰਧਾ ਜਿਹੜੀ ਸੀ ਗੁਰੂ ਸਾਹਿਬ ਤੇ ਰੱਖੀ ਹੈ। ਪੈੜਾ ਖਰੋ ਅਗਰ ਕਰ ਜੋਰ, ਫਿਰ ਭਾਈ ਪੈੜਾ ਜੀ ਜਿਹੜੇ ਪੋਥੀ ਲੈਣ ਸੰਗਲਾ ਦੀਪ ਗਏ ਸੀ, ਦੋਵੇਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਦੇ ਅੱਗੇ ਖਲੋ ਗਏ। ਖਿਮਾ ਕਰੀ ਸਤਿਗੁਰੂ ਬਹੋਰਾ, ਮਹਾਰਾਜ ਜੀ ਤੂੰ ਆਪਣੀ ਭੁੱਲ ਦੀ ਜਾਚਨਾ ਕੀਤੀ, ਕਿਉਂਕਿ ਗੁਰੂ ਸਾਹਿਬ ਇਹਦੇ ਤੋਂ ਨਿਰਾਸ਼ ਵੀ ਹੋਏ ਕਿ ਜਿਹੜੇ ਨੇ ਪ੍ਰਸੰਗ ਵਿੱਚੋਂ ਕੱਢ ਕੇ ਆਪਣੇ ਘਰ ਰੱਖੇ ਸੀ। ਮਹਾਰਾਜ ਨੇ ਤੋਰਨ ਲੱਗਿਆਂ ਕਿਹਾ ਸੀ ਖੋਲਣੀ ਨਹੀਂ, ਪਰ ਮਨ ਵਿੱਚ ਹੰਕਾਰ ਆਇਆ ਕਿ ਮੈਂ ਹੁਕਮ ਮੰਨ ਕੇ ਇੰਨਾ ਵੱਡਾ ਕੰਮ ਕੀਤਾ ਹੈ। ਇਹ ਹੰਕਾਰ ਨੇ ਚਿੱਤ ਭਰਮਾ ਦਿੱਤਾ, ਕੁਝ ਪ੍ਰਸੰਗ ਕੱਢ ਕੇ ਘਰ ਰੱਖ ਲਏ। ਪਰ ਸਤਿਗੁਰੂ ਜੀ ਅੰਤਰਜਾਮੀ ਨੇ, ਜਦੋਂ ਮਹਾਰਾਜ ਜੀ ਨੇ ਪੋਥੀ ਜਲ ਪ੍ਰਵਾਹ ਕਰਵਾਈ ਤੇ ਫਿਰ ਸਾਧੂ ਨੂੰ ਦਿੱਤੀ, ਤੇ ਉਸ ਵੇਲੇ ਸਤਿਗੁਰਾਂ ਨੇ ਕਿਹਾ ਕਿ ਇਹਦੇ ਅਧਿਆਏ ਪੂਰੇ ਕਰੋ, ਆਪਣੇ ਕੋਲ ਨਹੀਂ ਰੱਖਣੇ। ਇਹ ਮਹਾਰਾਜ ਜੀ ਦੀ ਆਪਣੀ ਹੀ ਲੀਲਾ ਹੈ। ਕੁਝ ਵਿਦਵਾਨ ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਇਹ ਉਪਦੇਸ਼ ਦਿੱਤਾ ਗਿਆ ਰਾਜੇ ਸ਼ਿਵ ਨਾਭ ਨੂੰ, ਤੇ ਇਹ ਉਹ ਗ੍ਰੰਥ ਸੀ। ਪਰ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ ਇਹਦੇ ਵਿੱਚ ਜੋਗ ਮਤ ਸੀ, ਕਿ ਉਹ ਜੋਗ ਮਤ ਦੇ ਕੁਝ ਅਧਿਆਏ ਸਨ। ਤੇ ਪਹਿਲਾਂ ਤੇ ਸਤਿਗੁਰਾਂ ਨੇ ਮੰਗਵਾ ਕੇ ਦੇਖੇ, ਤੇ ਜਦੋਂ ਇਹ ਮਹਾਰਾਜ ਜੀ ਦੇ ਮਨ ਵਿੱਚ ਇਹ ਖਿਆਲ ਆਇਆ ਕਿ ਗਿਆਨ ਤੋਂ ਹੀਣੇ ਲੋਕ ਇਹ ਜੋਗ ਦੇ ਅਧਿਆਏ ਪੜ੍ਹ ਕੇ ਫਿਰ ਸਾਧਨਾ ਕਰਕੇ ਸਿੱਧ ਕਹਾਉਣਗੇ, ਕਰਾਮਾਤੀ ਬਣਨਗੇ। ਪਰ ਇਹਨਾਂ ਚੀਜ਼ਾਂ ਤੋਂ ਤੇ ਸਿੱਖ ਨੂੰ ਦੂਰ ਰੱਖਣਾ, ਕਿਉਂਕਿ ਕਿਸੇ ਮਤ ਨੂੰ ਪੜ੍ਹ ਲੈਣਾ, ਕਿਸੇ ਗ੍ਰੰਥ ਨੂੰ ਪੋਥੀ ਨੂੰ ਪੜ੍ਹ ਲੈਣਾ ਮਾੜਾ ਨਹੀਂ, ਪਰ ਅੰਦਰ ਗਿਆਨ ਹੋਵੇ ਤੇ ਮਨ ਵਿੱਚ ਹਉਮੈ ਨਾ ਆਵੇ ਤਾਂ ਫਿਰ ਤਾਂ ਖੇਡ ਵੱਖਰੀ ਹੈ। ਪਰ ਜੇ ਕੁਝ ਪੜ੍ਹ ਸੁਣ ਕੇ ਸਿੱਖ ਕੇ ਬੰਦਾ ਮਾਨੀ ਹੋ ਜਾਵੇ, ਹੰਕਾਰੀ ਹੋ ਜਾਵੇ, ਜਿਸ ਤਰ੍ਹਾਂ ਸਿੱਧਾਂ ਦੇ ਅੰਦਰ ਹੰਕਾਰ ਸੀ। ਭਾਈ ਗੁਰਦਾਸ ਜੀ ਨੇ ਲਿਖਿਆ ਨਾ, ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚਲਦੀ ਧਰਤੀ ਤੇ ਗਏ ਤੇ ਸਿੱਧਾਂ ਦੇ ਮਨ ਵਿੱਚ ਮਾਣ ਇੰਨਾ ਸੀ, ਪਹਿਲਾਂ ਤੇ ਇਹਨਾਂ ਨੇ ਚਰਚਾ ਕੀਤੀ, ਹਾਰ ਗਏ। ਫਿਰ ਹਾਰਿਆ ਹੋਇਆ ਬੰਦਾ ਕੁਝ ਨਾ ਕੁਝ ਤਾਂ ਕਰਦਾ ਹੀ ਹੈ, ਜਿਹੜਾ ਹੰਕਾਰੀ ਹੋਵੇ।
ਇਹ ਮਾਨੀ ਸਨ ਤੇ ਇਹਨਾਂ ਨੇ ਫਿਰ ਕਰਾਮਾਤਾਂ ਦਿਖਾਈਆਂ, ਜਿਹਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਵਾਰਾਂ ਵਿੱਚ ਕੀਤਾ ਹੈ। ਜਦੋਂ ਨਾ ਹਟੇ ਤੇ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਹਨਾਂ ਦੀਆਂ ਜਿਹੜੀਆਂ ਸਿੱਧੀਆਂ ਸੀ ਉਹ ਸੰਕੋਚ ਲਈਆਂ, ਇੰਜ ਖਾਲੀ ਕਰ ਦਿੱਤੇ ਸਿੱਧ ਜਿਸ ਤਰ੍ਹਾਂ ਗੰਨਾ ਨਿਚੋੜ ਕੇ ਫੋਕ ਸੁੱਟਿਆ ਹੋਵੇ। ਜਦੋਂ ਕਰਾਮਾਤਾਂ ਤੋਂ ਖਾਲੀ ਹੋਏ ਫਿਰ ਹੀ ਤਾਂ ਇਹਨਾਂ ਦੀ ਸੁਰਤ ਟਿਕਾਣੇ ਆਈ ਤੇ ਫਿਰ ਬੜੀ ਨਮਰਤਾ ਦੇ ਸਹਿਤ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਨ ਲੱਗੇ। ਤਰਲੇ ਲੈਂਦੇ ਸਨ ਕਿ ਸਾਨੂੰ ਕੌਣ ਪੁੱਛੇਗਾ ਜੇ ਸਾਡੇ ਕੋਲ ਕੋਈ ਖੇਡ ਰਹੀ ਨਾ, ਕਰਾਮਾਤ ਰਹੀ ਨਾ। ਫਿਰ ਬੇਨਤੀਆਂ ਕਰ ਕਰਕੇ ਵਾਪਸ ਉਹ ਮਹਾਰਾਜ ਜੀ ਪਾਸੋਂ ਬਖਸ਼ਿਸ਼ਾਂ ਲਈਆਂ। ਐਵੇਂ ਤਾਂ ਨਹੀਂ ਸਿੱਧ ਇਹਨੇ ਕਰਾਮਾਤੀ ਚਰਨਾਂ 'ਚ ਪੈ ਕੇ ਇਹ ਬੇਨਤੀਆਂ ਕਰਦੇ ਨੇ, ਜਿਹੜੇ ਸਿੱਧ ਹੰਕਾਰ ਵਿੱਚ ਕਹਿੰਦੇ ਸਨ ਕਿਸੇ ਸਮੇਂ ਕਿ ਸਿੱਧ ਪੁੱਛਣ ਸੁਣ ਬਾਲਿਆ। ਗੁਰੂ ਨਾਨਕ ਸਾਹਿਬ ਨੂੰ ਹਉਮੈ ਵਿੱਚ ਆ ਕੇ ਕਹਿੰਦੇ ਸੀ, ਪੁੱਤਰਾ ਦੱਸ ਇੱਥੇ ਕਿਸ ਤਰ੍ਹਾਂ ਆਇਆ। ਪਰ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤਾਪ ਤੋਂ ਜਾਣੂ ਹੋਏ ਫਿਰ ਭਾਈ ਸਾਹਿਬ ਲਿਖਦੇ ਨੇ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਪਰ ਇਹ ਗੁਰੂ ਸਾਹਿਬ ਦੀ ਆਪਣੀ ਮੌਜ ਸੀ। ਇੰਜ ਕਹਿ ਲਓ ਕਿ ਜੇ ਪਹਿਲੇ ਸਰੂਪ ਵਿੱਚ ਇਹ ਕੁਝ ਪ੍ਰਸੰਗ ਲਿਖੇ ਵੀ ਹੋਣ, ਉਹ ਰਾਜੇ ਦੇ ਪ੍ਰਥਾਏ ਸੁਣਾਏ ਹੋਣ ਤੇ ਉਹਦੇ ਨਾਲ ਕੁਝ ਵਾਰਤਾਲਾਪ ਹੋਈ ਹੋਵੇ, ਉਹ ਜੋਗ ਮਤ ਜਿਹੜੀ ਉਹਦੇ ਬਾਰੇ ਜਾਣਨਾ ਚਾਹੁੰਦਾ ਹੋਵੇ, ਉਸ ਸਮੇਂ ਲਿਖਿਆ ਗਿਆ ਹੋਵੇ। ਪਰ ਪੰਜਵਾਂ ਸਰੂਪ ਵੀ ਤਾਂ ਗੁਰੂ ਨਾਨਕ ਸਾਹਿਬ ਦਾ ਆਪਣਾ ਹੀ ਹੈ ਨਾ। ਤੇ ਫਿਰ ਪੰਜਵੇਂ ਸਰੂਪ ਦੇ ਵਿੱਚ ਇਹ ਪ੍ਰਸੰਗ ਨਹੀਂ ਦਰਜ ਕੀਤੇ, ਆਪਣੀ ਗੁਰੂ ਦੀ ਮੌਜ ਹੈ। ਕਰਤੇ ਕੀ ਮਿਤ ਕਰਤਾ ਜਾਣੇ। ਗੁਰੂ ਸਾਹਿਬ ਦੀ ਮਿਤ ਮਰਿਆਦਾ ਨੂੰ ਗੁਰੂ ਸਾਹਿਬ ਕਰਤਾ ਪਰਮੇਸ਼ਰ ਆਪ ਹੀ ਜਾਣਦਾ ਹੈ, ਕਿਉਂਕਿ ਇਹਦੇ ਵਿੱਚ ਆਪਾਂ ਕਿੰਤੂ ਪਰੰਤੂ ਨਹੀਂ ਕਰ ਸਕਦੇ। ਰਹੋ ਵਿਚਾਰ, ਉਸ ਵੇਲੇ ਮਹਾਰਾਜ ਜੀ ਨੇ ਇਹ ਪ੍ਰਾਣ ਸੰਗਲੀ ਕਿ ਇਹ ਸਾਧੂ ਦੇ ਹਵਾਲੇ ਕੀਤਾ ਤੇ ਭਾਈ ਪੈੜਾ ਜੀ ਨੂੰ ਫਿਰ ਮਹਾਰਾਜ ਜੀ ਨੇ ਬਖਸ਼ ਦਿੱਤਾ। ਇਹਨੇ ਬੇਨਤੀਆਂ ਕੀਤੀਆਂ, ਮਹਾਰਾਜ ਮੇਰੇ ਤੋਂ ਭੁੱਲ ਹੋਈ, ਮੈਂ ਭੁੱਲ ਕਰ ਬੈਠਾ। ਤੇ ਫਿਰ ਗੁਰੂ ਸਾਹਿਬ ਜੀ ਨੇ ਕੁਝ ਸਮੇਂ ਬਾਅਦ ਭਾਈ ਪੈੜੇ ਨੂੰ ਬਖਸ਼ ਦਿੱਤਾ। ਅੱਗੇ ਖਲੋਤੇ ਸਨ, ਕਿਉਂਕਿ ਗੁਰਮੁਖਾਂ ਦਾ ਸੁਭਾਅ ਐਸਾ ਹੁੰਦਾ ਹੈ, ਜਿਸ ਤਰ੍ਹਾਂ ਸੋਨੇ ਦਾ ਬਰਤਨ ਡਿੱਗੇ ਤੇ ਉਹਦਾ ਨੁਕਸਾਨ ਨਹੀਂ ਹੁੰਦਾ। ਇਉਂ ਸਤਿਗੁਰੂ ਪਹਿਲਾਂ ਨਿਰਾਸ਼ ਵੀ ਹੋਏ, ਫਿਰ ਇਹਦੀ ਬੇਨਤੀ ਕਰਨ ਤੇ ਭਾਈ ਪੈੜੇ ਨੂੰ ਬਖਸ਼ ਦਿੱਤਾ। ਭੂਲ ਚੂਕ ਆਪਣੀ ਬਖਸ਼ਾਈ, ਆਪਣੀ ਭੁੱਲ ਚੁੱਕ ਭਾਈ ਪੈੜੇ ਨੇ ਬਖਸ਼ਾ ਲਈ। ਰਾਹ ਹਕੀਕਤ ਸਕਲ ਸੁਨਾਈ, ਰਸਤੇ ਦੀ ਸਾਰੀ ਹਕੀਕਤ ਜਿਹੜੀ ਸੀ ਉਹ ਭਾਈ ਸਾਹਿਬ ਜੀ ਨੇ ਸਤਿਗੁਰਾਂ ਨੂੰ ਸੁਣਾਈ ਹੈ। ਸੋ ਬੰਨੋ ਸਿਖ ਲਿਖੀ ਗ੍ਰੰਥ। ਹਾਂ, ਕਹਿੰਦੇ ਨੇ ਕਿ ਉਹ ਭਾਈ ਬੰਨੋ ਜੀ ਨੇ ਜਿਹੜੀ ਬੀੜ ਲਿਖੀ ਸੀ ਨਾ, ਉਸ ਗ੍ਰੰਥ ਵਿੱਚ ਲਿਖੀ ਹੈ। ਜਾਣਤ ਤਾਂ ਕੋ ਸਗਲੋ ਪੰਥ। ਤੇ ਸਾਰਾ ਪੰਥ ਇਹ ਜਾਣਦਾ ਹੈ ਕਿ ਭਾਈ ਬੰਨੋ ਵਾਲੀ ਬੀੜ ਵਿੱਚ ਕੁਝ ਐਸੇ ਪ੍ਰਸੰਗ ਆਉਂਦੇ ਨੇ, ਕੁਝ ਅਧਿਆਏ ਆਉਂਦੇ ਨੇ ਤੇ ਉਹਦੇ ਵਿੱਚ ਇਹ ਲਿਖੇ ਮਿਲਦੇ ਨੇ। ਪਰ ਜਿਹੜੀ ਪੰਚਮ ਪਾਤਸ਼ਾਹ ਜੀ ਨੇ ਬੀੜ ਲਿਖਵਾਈ, ਉਸ ਬੀੜ ਦੇ ਵਿੱਚ ਨਿਰੋਲ ਅਕਾਲ ਪੁਰਖ ਪ੍ਰਮਾਤਮਾ ਦੀ ਉਸਤਤ ਲਿਖੀ ਹੈ। ਸਾਧ ਸੰਗਤ ਪੁਰਾਣੀਆਂ ਬੀੜਾਂ ਭਾਈ ਬੰਨੋ ਵਾਲੀਆਂ ਕੁਝ ਪ੍ਰਕਾਸ਼ਿਤ ਹੋਈਆਂ, ਕੁਝ ਪ੍ਰੇਮੀਆਂ ਕੋਲ ਮਿਲੀਆਂ, ਦੇਖੀਆਂ ਗਈਆਂ। ਉਹਨਾਂ ਵਿੱਚ ਕੁਝ ਅਧਿਆਏ ਵੱਖਰੇ ਆਉਂਦੇ ਨੇ, ਜਿਸ ਤਰ੍ਹਾਂ ਕੁਝ ਪ੍ਰਸੰਗ ਲਿਖੇ ਹੋਣ, ਜਿਸ ਤਰ੍ਹਾਂ ਭਾਈ ਸੰਤੋਖ ਸਿੰਘ ਦੇ ਲਿਖੇ ਮਿਲਦੇ ਨੇ, ਉਹ ਭਾਈ ਬੰਨੋ ਵਾਲੀ ਬੀੜ ਹੈ। ਪਰ ਜਿਹੜੀ ਪੰਥ ਨੇ ਪ੍ਰਵਾਨ ਕੀਤੀ, ਪੰਚਮ ਪਾਤਸ਼ਾਹ ਨੇ ਜਿਹੜੀ ਬੀੜ ਲਿਖਵਾਈ, ਜਿਹੜੀ ਬਾਅਦ ਵਿੱਚ ਧੀਰਮਲ ਨੇ ਆਪਣੇ ਕੋਲ ਰੱਖੀ, ਫਿਰ ਦਸਮ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾਂਦੇੜ ਦੀ ਧਰਤੀ ਤੇ ਇੱਕ ਓਅੰਕਾਰ ਤੋਂ ਲੈ ਕੇ 18 10 20 ਤੱਕ ਦਮਦਮੀ ਬੀੜ ਜਿਹਨੂੰ ਕਹਿੰਦੇ ਆ, ਉਹ ਪੰਥ ਪ੍ਰਮਾਣਿਤ ਬੀੜ ਹੈ। ਸੋ ਉਹਦੇ ਵਿੱਚੋਂ ਜਿਹੜਾ ਹੈ ਉਹ ਸਿੱਖ ਗੁਰੂ ਦੇ ਦਰਸ਼ਨ ਕਰਦਾ ਹੈ। ਇਸ ਲਈ ਭਾਈ ਸਾਹਿਬ ਜੀ ਕਹਿੰਦੇ ਨੇ ਕਿ ਕੁਝ ਪ੍ਰਸੰਗ ਜਿਹੜੇ ਗੁਰੂ ਸਾਹਿਬ ਨੇ ਉਚਾਰੇ, ਸੋ ਬੰਨੋ ਸਿੱਖ ਲਿਖੀ ਗ੍ਰੰਥ। ਉਹ ਭਾਈ ਬੰਨੋ ਨੇ ਜਿਹੜੀ ਬੀੜ ਦਾ ਉਤਾਰਾ ਕੀਤਾ ਸੀ ਉਸ ਵਿੱਚ ਲਿਖੇ ਸਨ। ਜਾਣਤ ਤਾਂ ਕੋ ਸਗਲੋ ਪੰਥ। ਸਾਰਾ ਪੰਥ ਉਹਨੂੰ ਜਾਣਦਾ ਹੈ। ਦੋਹਰਾ ਸ੍ਰੀ ਗੁਰੂ ਹਰਗੋਬਿੰਦ ਕੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਿਕਟ ਰਹਿਓ ਚਿਰਕਾਲ। ਭਾਈ ਪੈੜਾ ਜੀ ਕੁਝ ਸਮਾਂ ਗੁਰੂ ਸਾਹਿਬ ਜੀ ਦੇ ਕੋਲ ਰਹੇ ਹਨ। ਆਗਿਆਕਾਰੀ ਹੋਏ ਕਰ। ਹਾਂ, ਗੁਰੂ ਸਾਹਿਬ ਦੇ ਆਗਿਆਕਾਰੀ ਹੋ ਕੇ ਪੈੜਾ ਭਇਓ ਨਿਹਾਲ। ਭਾਈ ਪੈੜਾ ਜੀ ਨਿਹਾਲ ਹੋਏ। ਪਰ ਕੁਝ ਵਿਦਵਾਨਾਂ ਦਾ ਮੰਨਣਾ ਹੈ ਕਿ 6ਵੇਂ ਪਾਤਸ਼ਾਹ ਜੀ ਵੇਲੇ ਭਾਈ ਪੈੜਾ ਜੀ ਹੋਰ ਹੋਏ। ਕੁਝ ਇਤਿਹਾਸਕਾਰ ਲਿਖਦੇ ਨੇ 3 ਭਾਈ ਪੈੜਾ ਜੀ ਹੋਏ। ਇੱਕ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਸਿੱਖ ਹੋਏ, ਜਿਨ੍ਹਾਂ ਨੇ ਦੂਸਰੇ ਪਾਤਸ਼ਾਹ ਜੀ ਦੇ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਜਨਮ ਸਾਖੀ ਲਿਖਵਾਈ, ਗੁਰੂ ਅੰਗਦ ਦੇਵ ਸਾਹਿਬ ਨੇ, ਭਾਈ ਬਾਲਾ ਜੀ ਨੇ ਉਚਾਰੀ, ਭਾਈ ਪੈੜੇ ਮੋਖੇ ਨੇ ਲਿਖੀ। ਇੱਕ ਭਾਈ ਪੈੜਾ ਜੀ ਪੰਚਮ ਪਾਤਸ਼ਾਹ ਜੀ ਵੇਲੇ ਹੋਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੱਕ ਇਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ
ਨਿਹਾਲ ਹੋਏ ਹਨ। ਦੋਹਰਾ ਆਗੇ ਸਤਿਗੁਰ ਕੀ ਕਥਾ ਕਹੋ ਜਥਾ ਮਤ ਹੋਏ। ਇੱਥੇ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਰਾਸ ਤੀਜੀ ਦਾ ਜਿਹੜਾ ਪਿਛਲਾ ਅਧਿਆਇ ਸੀ ਸੰਪੂਰਨ ਕਰਦੇ ਨੇ। ਅਗਲਾ ਅਧਿਆਇ ਆਰੰਭ ਕਰਦੇ ਨੇ ਕਿ ਅੱਗੇ ਗੁਰੂ ਸਾਹਿਬ ਜੀ ਦੀ ਜੋ ਜੀਵਨ ਕਥਾ ਹੈ, ਜਿਸ ਤਰ੍ਹਾਂ ਜਿੰਨੀ ਕੁ ਮੇਰੀ ਮੱਤ ਹੈ, ਜਿੰਨੀ ਕੁ ਮੇਰੀ ਮੱਤ ਵਿੱਚ ਗੁਰੂ ਸਾਹਿਬ ਨੇ ਬੁੱਧ ਪਾ ਕੇ ਲਿਖਵਾਈ ਹੈ, ਉਹ ਕਥਾ ਆਪ ਸੰਗਤ ਦੇ ਸਮਕਸ਼ ਰੱਖਦਾ ਹਾਂ। ਤਥਾ ਸੁਨੋ ਸਰੋਤਾ ਨਿਪੁੰਨ। ਹੈ ਸਰੋਤਾ ਜਨੋ, ਆਪ ਜੀ ਸਾਰੇ ਨਿਪੁੰਨ ਹੋ, ਆਪ ਜੀ ਗਿਆਨਵਾਨ ਹੋ, ਸਾਰੇ ਬਹੁਤ ਸਿਆਣੇ ਹੋ। ਤੇ ਹੁਣ ਬੰਦਾ ਕਵੇ ਕਿ ਮੈਂ ਤੇ ਬਹੁਤ ਸਿਆਣਾ, ਤੇ ਫਿਰ ਮੈਂ ਕਿਸੇ ਤੋਂ ਕੁਝ ਕਿਉਂ ਸੁਣਾ। ਕਈ ਵਾਰੀ ਹੁੰਦਾ ਹੀ ਹੈ। ਇੱਕ ਤਾਂ ਹੁੰਦਾ ਦੁਨਿਆਵੀ, ਜਿਹਦੇ ਕੋਲ ਵਿੱਦਿਆ ਹੋਵੇ, ਉਹ ਕਿਸੇ ਆਮ ਬੰਦੇ ਦੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੁੰਦਾ। ਉਹਨੂੰ ਮਾਣ ਹੁੰਦਾ ਕਿ ਮੈਂ ਬਹੁਤ ਸਿਆਣਾ। ਪਰ ਜਿਹੜੇ ਅਸਲ ਵਿੱਚ ਗਿਆਨਵਾਨ ਹਨ, ਜਿਨ੍ਹਾਂ ਕੋਲ ਗੁਰੂ ਦਾ ਦਿੱਤਾ ਗਿਆਨ ਹੈ, ਉਹਨਾਂ ਪ੍ਰਥਾਏ ਗੁਰੂ ਸਾਹਿਬ ਨੇ ਹੁਕਮ ਕੀਤਾ, ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਗੁਰੂ ਦਾ ਜਸ ਕਰਨਾ, ਗੁਰੂ ਦਾ ਜਸ ਸੁਣਨਾ, ਇਹ ਸਿੱਖ ਨੂੰ ਹੁਕਮ ਹੈ। ਜਿੱਥੇ ਸਤਿਗੁਰੂ ਜੀ ਨੇ ਪੌੜੀਆਂ ਦਰਗਾਹ ਦੀ ਪ੍ਰਾਪਤੀ ਲਈ 5 ਪ੍ਰਵਾਨ ਵਾਲੀਆਂ ਉਚਾਰੀਆਂ, ਉਹਦੇ ਤੋਂ ਪਹਿਲਾਂ ਮਹਾਰਾਜ ਨੇ 4 ਪੌੜੀਆਂ ਸੁਣਨ ਦੀਆਂ, ਸੁਣਨ ਦਾ ਮਹਾਤਮ ਦੱਸਿਆ ਹੈ। ਨਾਨਕ ਭਗਤਾਂ ਸਦਾ ਵਿਗਾਸ ਸੁਣਿਆ, ਦੁਖ ਪਾਪ ਕਾ ਨਾਸ। ਇਸ ਲਈ ਗੁਰੂ ਕਾ ਸਿੱਖ ਜਿੱਥੇ ਸਮਾਂ ਬਣੇ ਉੱਥੇ ਗੁਰੂ ਕਾ ਜਸ ਗਾਉਂਦਾ ਹੈ, ਤੇ ਜੇ ਸਮਾਂ ਬਣੇ ਤੇ ਫਿਰ ਗੁਰੂ ਕਾ ਜਸ ਸੁਣਦਾ ਵੀ। ਇਸ ਲਈ ਕਵੀ ਜੀ ਕਹਿੰਦੇ, ਸਰੋਤਾ ਜਨੋ, ਸੰਗਤ ਜੀ ਸੁਣਨ ਵਾਲਿਓ, ਤੁਸੀਂ ਬੜੇ ਨਿਪੁੰਨ ਗਿਆਨਵਾਨ ਹੋ, ਪਰ ਆਓ ਸਾਰੇ ਮਿਲ ਕੇ ਗੁਰੂ ਸਾਹਿਬ ਦਾ ਜਸ, ਜਿੰਨਾ ਕੁ ਮੇਰੀ ਬੁੱਧੀ ਵਿੱਚ ਗੁਰੂ ਸਾਹਿਬ ਨੇ ਪ੍ਰਕਾਸ਼ ਦਿੱਤਾ ਹੈ, ਇਹ ਪ੍ਰਕਾਸ਼ ਤਾਂ ਗੁਰੂ ਨਾਨਕ ਸਾਹਿਬ ਜੀ ਨੇ ਆਪ ਹੀ ਦਿੱਤਾ ਹੈ। ਨਹੀਂ ਤਾਂ ਇਹ ਪ੍ਰਕਾਸ਼ ਤੋਂ ਬਿਨਾਂ ਇੱਕ ਪੰਕਤੀ ਲਿਖਣੀ ਸੁਣਾਉਣੀ ਵੀ ਔਖੀ ਹੈ। ਇੱਕ ਗੱਲ ਗੁਰੂ ਦੀ ਕਰਨੀ ਵੀ ਬੰਦੇ ਦੇ ਵਿੱਚ ਤਾਂ ਕੋਈ ਸਮਰੱਥਾ ਹੈ ਹੀ ਨਹੀਂ। ਜੋ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਗੁਰੂ ਸਾਹਿਬ ਨੇ, ਅਗਾਧ ਬੋਧ ਸਤਿਗੁਰਾਂ ਦਾ ਜੀਵਨ ਹੈ, ਬਾਣੀ ਹੈ, ਇਹਦੀ ਵਿਚਾਰ ਆਪਣੀ ਬੁੱਧੀ ਨਾਲ ਤੇ ਬੰਦਾ ਕਰ ਹੀ ਨਹੀਂ ਸਕਦਾ। ਇਸ ਲਈ ਚੌਥੇ ਪਦ ਵਿੱਚ ਜਾ ਕੇ, ਤੁਰੀਆ ਪਦ ਵਿੱਚ ਜਾ ਕੇ ਕਵੀ ਜੀ ਨੇ ਇਹ ਇਤਿਹਾਸ ਸਾਡੇ ਸਾਹਮਣੇ ਰੱਖਿਆ ਹੈ। ਤੇ ਇਸ ਲਈ ਏਵਡ ਉੱਚਾ ਹੋਵੇ ਕੋਏ, ਤਿਸ ਉੱਚੇ ਕਹੋ ਜਾਣੈ ਸੋਏ। ਜਿਹੜਾ ਵੱਡਾ ਹੋਵੇ ਉਹੀ ਵੱਡੇ ਦੀ ਗੱਲ ਕਰ ਸਕਦਾ ਹੈ। ਇਸ ਲਈ ਜਿਹਦੀ ਬੁੱਧੀ ਬਹੁਤ ਛੋਟੀ ਹੈ, ਉਹ ਵੱਡੇ ਦੀ ਗੱਲ ਕੀ ਕਰੇ, ਕੀ ਸੁਣੇ, ਕੀ ਸੁਣਾਵੇ। ਇਸ ਲਈ ਭਾਈ ਸੰਤੋਖ ਸਿੰਘ ਜੀ ਨੂੰ ਵੀ ਨਮਸਕਾਰ ਹੈ, ਜਿਨ੍ਹਾਂ ਦੀ ਸਾਰੀ ਉਮਰ ਦੀ ਘਾਲਣਾ ਹੈ, ਜਿਨ੍ਹਾਂ ਨੇ ਸਾਰੀ ਉਮਰ ਦੀ ਮਿਹਨਤ ਲਾ ਕੇ ਇੰਨਾ ਵੱਡਾ ਇਤਿਹਾਸ ਖਜ਼ਾਨਾ ਗੁਰੂ ਸਾਹਿਬਾਨਾਂ ਦਾ ਜਸ ਸਾਡੇ ਸਾਹਮਣੇ ਰੱਖਿਆ, ਸੰਗਤ ਦੇ ਸਮਕਸ਼ ਰੱਖਿਆ। ਫਿਰ ਕਿੰਨੀ ਨਿਮਰਤਾ। ਕਹਿੰਦੇ, ਸਰੋਤਾ ਜਨੋ, ਤੁਸੀਂ ਸਾਰੇ ਤਾਂ ਗਿਆਨਵਾਨ ਹੋ, ਵਿਦਵਾਨ ਹੋ, ਤੇ ਆਓ ਸਾਰੇ, ਜਿੰਨੀ ਕੁ ਮੱਤ ਗੁਰੂ ਸਾਹਿਬ ਨੇ ਮੈਨੂੰ ਬਖਸ਼ੀ ਹੈ ਨਾ, ਉਸ ਮੱਤ ਅਨੁਸਾਰ ਤਥਾ ਸੁਨੋ ਸਰੋਤਾ, ਐ ਸਰੋਤਾ ਜਨੋ, ਉਹ ਗੁਰੂ ਸਾਹਿਬ ਦਾ ਜਸ ਸਰਵਣ ਕਰੋ। ਮਥਾ ਸਾਰ ਹੈ ਜੋਈ, ਜੋ ਸਿਧਾਂਤ ਹੈ, ਜੋ ਨਿਚੋੜ ਹੈ, ਉਹ ਮੈਂ ਤੁਹਾਡੇ ਸਮਕਸ਼ ਰੱਖਦਾ ਹਾਂ। ਸ੍ਰੀ ਗ੍ਰੰਥ ਸਾਹਿਬ ਸ਼ਬਦ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ, ਕਰਹਿ ਬੀੜ ਕੋਈ ਏਕ, ਸ਼ਬਦ ਇੱਕ ਥਾਂ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਤਿਆਰ ਕਰਵਾਈ ਹੈ। ਗਿਰਾ ਪੰਜ ਪਾਤਸ਼ਾਹ ਕੀ, 5 ਸਤਿਗੁਰਾਂ ਦੀ ਬਾਣੀ ਜੋ ਸੀ, ਪੂਰਨ ਆਦ ਵਿਵੇਕ। ਹਾਂ, ਉਹਨੂੰ ਇੱਕ ਥਾਂ ਦੇ ਉੱਤੇ ਸਤਿਗੁਰੂ ਜੀ ਨੇ ਇਕੱਤਰ ਕਰਵਾਇਆ ਹੈ। ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਕਵੀ ਜੀ ਕਹਿੰਦੇ ਨੇ ਕਿ ਉਹ ਕਥਾ ਸੰਗਤ ਜੀ ਮੈਂ ਤੁਹਾਡੇ ਹੁਣ ਸਾਹਮਣੇ ਰੱਖਦਾ। 5 ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਇਕੱਤਰ ਕਰਕੇ, ਕਿਉਂਕਿ ਨਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਾਂਦੇੜ ਵਾਹਿਗੁਰੂ ਦਮਦਮਾ ਸਾਹਿਬ ਦੀ ਧਰਤੀ ਤੇ ਲਿਖਵਾਈ। ਜਿਹੜੀ ਦਮਦਮੀ ਬੀੜ ਦੇ ਆਪਾਂ ਦਰਸ਼ਨ ਕਰਦੇ ਹਾਂ, ਤੇ ਜਿਹੜੀ ਪੰਚਮ ਪਾਤਸ਼ਾਹ ਜੀ ਨੇ ਬੀੜ ਲਿਖਵਾਈ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ, ਤੇ ਪੰਚਮ ਪਾਤਸ਼ਾਹ ਜੀ ਨੇ ਆਪਣੀ ਬਾਣੀ ਇਸ ਵਿੱਚ ਦਰਜ ਕੀਤੀ ਹੈ। ਨਿਸ਼ਾਨੀ ਛੰਦ ਇਮ ਸ੍ਰੀ ਅਰਜਨ ਸਤਿਗੁਰੂ ਤੈ ਸਮਾਂ ਬਿਤਾਇਓ। ਇਸ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਸਮਾਂ ਬਤੀਤ ਕਰ ਰਹੇ ਨੇ। ਗਿਆਨ ਸਰੋਮਣ ਧੀਰ ਬਾਟ ਬਚ ਮధుਰ ਸੁਹਾਇਓ। ਸਤਿਗੁਰੂ ਜੀ ਗਿਆਨਵਾਨ ਨੇ, ਸ਼੍ਰੋਮਣੀ ਹਨ, ਜਿਨ੍ਹਾਂ ਦੇ ਬਚਨਾਂ ਵਿੱਚ ਬਹੁਤ ਮਿਠਾਸ ਹੈ। ਉਪਮਾ ਰਤਨਾਕਰ ਦਿਪੈ ਗੰਭੀਰ ਵਿਸਾਲਾ। ਕਵੀ ਜੀ ਕਹਿੰਦੇ ਨੇ, ਸੰਗਤ ਜੀ ਗੁਰੂ ਸਾਹਿਬ ਦੀ ਜਿਹੜੀ ਉਪਮਾ ਹੈ ਸਮੁੰਦਰ ਦੀ ਤਰ੍ਹਾਂ ਹੈ,
ਤੇ ਬੜੀ ਗੰਭੀਰ ਹੈ ਤੇ ਡੂੰਘੀ ਹੈ। ਸਿੱਖ ਸੇਵਕ ਜਲ ਜੰਤ ਗਨ ਆਕੁਲਤ ਉਜਾਲਾ। ਸਿੱਖ ਸੇਵਕ ਸਾਰੇ ਜਲ ਜੰਤ ਹਨ, ਸਮੁੰਦਰ ਦੀ ਵਿਆਕਲਤਾ ਲਹਿਰਾਂ ਦੇ ਸਮਾਨ ਹੈ। ਤੇ ਜਿਸ ਤਰ੍ਹਾਂ ਗੁਰੂ ਸਾਹਿਬ ਆਪ ਸਮੁੰਦਰ ਨੇ ਤੇ ਜਿਹੜੇ ਸਿੱਖ ਨੇ ਉਹ ਕੀ ਨੇ? ਉਹ ਸਮੁੰਦਰ ਵਿੱਚ ਜਿਹੜੇ ਜਲ ਵਿੱਚ ਰਹਿਣ ਵਾਲੇ ਜੰਤੂ ਹੁੰਦੇ ਨੇ, ਜੀਵ ਹੁੰਦੇ ਨੇ, ਇਹ ਸਾਰੇ ਸਿੱਖ ਉਹ ਹਨ। ਸਮੁੰਦਰ ਵਿੱਚ ਰਹਿ ਕੇ ਕਿਸ ਤਰ੍ਹਾਂ ਮੱਛੀਆਂ ਆਨੰਦ ਮਾਣਦੀਆਂ ਨੇ, ਇਸੇ ਤਰ੍ਹਾਂ ਗੁਰੂ ਕੇ ਸਿੱਖ ਗੁਰੂ ਕੀ ਸੰਗਤ ਵਿੱਚ ਆ ਕੇ ਤੇ ਗੁਰੂ ਦਾ ਜਸ ਗਾ ਸੁਣ ਕੇ ਆਨੰਦ ਪ੍ਰਾਪਤ ਕਰਦੇ ਹਨ। ਸਤ ਸੰਤੋਖ ਸੁਸ਼ੀਲਤਾ ਸੁਚ ਸੁੰਦਰਤਾਈ। ਕਿਉਂ? ਗੁਰੂ ਸਾਹਿਬ ਜੀ ਵਿੱਚ ਸਤ, ਸੰਤੋਖ, ਸੁਸ਼ੀਲਤਾ, ਪਵਿੱਤਰਤਾ ਅਤੇ ਸੁੰਦਰਤਾਈ। ਦਇਆ ਸ਼ਿਮਾ ਮੁਦਤਾ ਮਹਾ ਕੋਮਲ ਸ਼ਰਲਾਈ। ਹਾਂ, ਦਇਆ ਹੈ ਸਤਿਗੁਰਾਂ ਵਿੱਚ। ਮਹਾਰਾਜ ਫਿਰ ਖਿਮਾ ਕਰਨ ਵਾਲੇ ਨੇ। ਬਹੁਤ ਖਿਮਾ ਹੁੰਦੀ ਆਪ ਤੋਂ ਛੋਟੇ ਤੋਂ ਗਲਤੀ ਹੋ ਜਾਵੇ ਉਹਨੂੰ ਨਜ਼ਰ ਅੰਦਾਜ਼ ਕਰ ਦੇਣਾ। ਫਿਰ ਮਹਾਰਾਜ ਵਿੱਚ ਕਿੰਨੀ ਖਿਮਾ ਹੈ। ਕਿੰਨੀ ਵਾਰੀ ਬਾਬੇ ਪ੍ਰਿਥੀ ਚੰਦ ਨੇ ਚੜ੍ਹਾਈ ਕੀਤੀ ਪਰ ਫਿਰ ਸਤਿਗੁਰਾਂ ਨੇ ਖਿਮਾ ਹੀ ਰੱਖੀ ਹੈ। ਇਹ ਸਤਿਗੁਰੂ ਜੀ ਖਿਮਾ ਕਰਨ ਵਾਲੇ, ਪ੍ਰਸੰਨ ਰਹਿਣ ਵਾਲੇ, ਬਹੁਤ ਹਿਰਦਾ ਸਤਿਗੁਰਾਂ ਦਾ ਕੋਮਲ ਹੈ ਤੇ ਸਿੱਧੇ ਹਨ ਤੇ ਹਿਰਦੇ ਕਰਕੇ ਅਨਸੂਯੂ ਧੀਰਜ ਧਰਮ। ਫਿਰ ਅਨਸੂਯੂ ਈਰਖਾ ਤੋਂ ਰਹਿਤ ਨੇ। ਕੋਈ ਈਰਖਾ ਨਹੀਂ, ਸਤਿਗੁਰਾਂ ਵਿੱਚ ਧੀਰਜ ਧਾਰੀ ਨੇ, ਧਰਮੀ ਹਨ। ਗਨ ਆਦਿਕ ਗਿਆਨਾ। ਇਉਂ ਜਿਹੜੇ ਗੁਣ ਹਨ ਇਹ ਸਾਰੇ ਸਤਿਗੁਰੂ ਜੀ ਦੇ ਅੰਦਰ ਸ਼ੋਭ ਰਹੇ ਹਨ ਗਿਆਨ ਦੇ। ਰਤਨ ਵਿਸਾਲ ਪ੍ਰਕਾਸ਼ਤੀ। ਮਾਨੋ ਜਿਹੜੇ ਗੁਣ ਨੇ ਨਾ, ਇਹ ਸਮੁੰਦਰ ਵਿੱਚ ਰਤਨ ਪ੍ਰਕਾਸ਼ ਰਹੇ ਹੋਣ। ਜਾਤੀ ਇਹ ਨਾਨਾ। ਹਾਂ, ਕਈ ਜਾਤੀਆਂ ਦੇ ਸਮੁੰਦਰ ਵਿੱਚ ਰਤਨ ਹੁੰਦੇ ਨੇ। ਇਹ ਕਵੀ ਜੀ ਨੇ ਅਲੰਕਾਰ ਬੰਨਿਆ ਹੈ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਆਪ ਨੇ ਸਮੁੰਦਰ ਤੇ ਜਿਹੜੇ ਸਿੱਖ ਨੇ ਉਹ ਸਮੁੰਦਰ ਵਿੱਚ ਰਹਿਣ ਵਾਲੇ ਜੀਵ ਨੇ। ਤੇ ਗੁਰੂ ਸਾਹਿਬ ਜੀ ਵਿੱਚ ਜਿਸ ਤਰ੍ਹਾਂ ਸਮੁੰਦਰ ਵਿੱਚ ਕਈ ਜਾਤੀਆਂ ਦੇ ਰਤਨ ਹੁੰਦੇ ਨੇ, ਉਹਦੇ ਰਤਨ ਨਿਕਲਦੇ ਨੇ ਸਮੁੰਦਰ ਵਿੱਚੋਂ, ਇਸੇ ਤਰ੍ਹਾਂ ਗੁਰੂ ਸਾਹਿਬ ਜੀ ਵਿੱਚ ਜਿਹੜੇ ਗਿਆਨ ਦੇ ਗੁਣ ਹਨ ਇਹ ਮਾਨੋ ਕਈ ਤਰ੍ਹਾਂ ਦੇ ਰਤਨ ਹਨ। ਸਾਰ ਅਸਾਰ ਵਿਚਾਰਬੋ। ਫਿਰ ਚੰਗੇ ਮਾੜੇ ਦੀ ਵਿਚਾਰ ਕਰਨੀ। ਗੰਭੀਰ ਸੋ ਨੀਰਾ। ਹਾਂ, ਇਹ ਡੂੰਘਾ ਪਾਣੀ ਹੈ। ਇਹ ਗੁਰੂ ਸਾਹਿਬ ਨੇ ਸਿੱਖ ਨੂੰ ਵੀ ਇਹ ਬੁੱਧੀ ਦਿੱਤੀ ਹੈ ਕੀ ਚੰਗਾ ਹੈ ਤੇ ਕੀ ਮਾੜਾ ਹੈ। ਚੰਗੀ ਗੁਣਾਂ ਦੇ ਧਾਰਨੀ ਹੋਣਾ, ਔਗੁਣਾਂ ਦਾ ਤਿਆਗ ਕਰਨਾ, ਇਹ ਸਿੱਖ ਵਿਚਾਰ ਕਰਦਾ। ਜਿਸ ਤਰ੍ਹਾਂ ਹੰਸ ਦੀ ਚੁੰਝ ਵਿੱਚ ਕਹਿੰਦੇ ਖਟਿਆਈ ਹੈ, ਇਸੇ ਤਰ੍ਹਾਂ ਜਿਹੜਾ ਸਿੱਖ ਹੈ ਉਹ ਚੰਗੇ ਮਾੜੇ ਦੀ ਵਿਚਾਰ ਰੱਖਦਾ ਹੈ ਅਤੇ ਈਰਖਾ ਤੋਂ ਦੂਰ ਰਹਿੰਦਾ ਹੈ। ਮਹਾਰਾਜ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਸਾਂਝ ਕਰੀ ਜੈ ਗੁਣੈ ਕੇਰੀ ਛੋੜ ਅਵਗੁਣ ਚੱਲੀਏ। ਗੁਣਾਂ ਦੇ ਨਾਲ ਸਾਂਝ ਕਰਨੀ, ਔਗੁਣਾਂ ਦਾ ਤਿਆਗ ਕਰਦੇ ਨੇ। ਪ੍ਰੇਮ ਸ਼ੋਭ ਤੇ ਭਗਤ ਨਿਤ। ਹਾਂ, ਹਰ ਹਿਰਦਾ ਜਿਹੜਾ ਹੈ ਪ੍ਰੇਮ ਅਤੇ ਭਗਤੀ ਦੇ ਨਾਲ ਭਰਿਆ ਹੈ। ਬੀਚੀ ਸੁਖ ਸੀਰਾ। ਇਸ ਤਰ੍ਹਾਂ ਸਤਿਗੁਰੂ ਜੀ ਦੇ ਵਿੱਚ ਇਹ ਡੂੰਘਾ ਜਲ ਦਾ ਪ੍ਰਵਾਹ ਹੈ। ਸੰਤ ਹੰਸ ਬਿਲਸਤ ਸਦਾ। ਜਿਹੜੇ ਸੰਤ ਜਨ ਨੇ ਹੰਸ ਸਦਾ ਪ੍ਰਸੰਨ ਹੁੰਦੇ ਨੇ। ਜਮ ਤਾਪ ਬਿਹਾਏ। ਤੇ ਤਪ ਕਰਕੇ, ਭਗਤੀ ਕਰਕੇ, ਬੰਦਗੀ ਕਰਕੇ ਛੇਮ ਅਨੇਕਨ ਕੋ ਕਰੈ। ਅਨੇਕਾਂ ਦੀ ਕਲਿਆਣ ਕਰਦੇ ਹਨ। ਇਮ ਸਿੰਧ ਸੁਹਾਏ। ਇਸ ਤਰ੍ਹਾਂ ਸਤਿਗੁਰੂ ਜੀ ਸਮੁੰਦਰ ਦੀ ਤਰ੍ਹਾਂ ਸ਼ੋਭਾ ਪਾ ਰਹੇ ਨੇ। ਸ਼ਬਦ ਕਰਤ ਚਿਤ ਚਿਤਵਤੀ। ਹੁਣ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਚਿੱਤ ਵਿੱਚ ਵਿਚਾਰਿਆ ਹੈ ਕਿ ਸਾਰੇ ਸ਼ਬਦ ਇੱਕ ਥਾਂ ਇਕੱਤਰ ਕਰੀਏ। ਇੱਕ ਥਾਨ ਲਖੀਜਾ। ਇੱਕ ਥਾਂ ਉੱਤੇ ਜਿਹੜੇ ਸਾਰੇ ਸ਼ਬਦ ਨੇ ਉਹ ਇਹ ਇਕੱਤਰ ਕਰਨੇ ਨੇ। ਸਾਧ ਸੰਗਤ ਜੀ, ਇਤਿਹਾਸਕ ਵਿਚਾਰਾਂ ਤੇ ਹੋਰ ਵੀ ਮਿਲਦੀਆਂ, ਅੱਗੇ ਆਉਣਗੀਆਂ ਵੀ ਕਿ ਬਾਬੇ ਪ੍ਰਿਥੀ ਚੰਦ ਨੇ ਹੋਰਾਂ ਨੇ ਕੁਝ ਬਾਣੀ ਲਿਖਣੀ ਸ਼ੁਰੂ ਕਰ ਦਿੱਤੀ। ਉਦੋਂ ਵੀ, ਅੱਜ ਨਹੀਂ, ਆ ਜਿਹੜੇ ਦੇਹਧਾਰੀ ਗੁਰੂ ਬਣ ਕੇ ਗ੍ਰੰਥ ਲਿਖਦੇ ਨੇ ਨਾ, ਤੇ ਕਈ ਤਾਂ ਇਹੋ ਬਾਣੀ ਦਾ ਆਸਰਾ ਲੈ ਰਹੇ ਨੇ, ਪੂਜਾ ਆਪਣੀ ਕਰਾ ਰਹੇ ਹਨ। ਪਰ ਕਈ ਐਸੇ ਹਨ ਜਿਨ੍ਹਾਂ ਨੇ ਆਪਣੇ ਕੋਲੋਂ ਗ੍ਰੰਥ ਲਿਖਣੇ ਸ਼ੁਰੂ ਕਰ ਦਿੱਤੇ। ਇਹ ਉਦੋਂ ਤੋਂ ਹੀ ਗੁਰੂ ਸਾਹਿਬ ਜੀ ਦੇ ਸਮੇਂ ਤੋਂ ਹੀ ਚੱਲ ਰਿਹਾ ਸੀ ਤੇ ਇਸ ਲਈ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਿਚਾਰ ਕੀਤੀ। ਪਰ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਵਾਉਣ ਦੀ ਵਿਚਾਰ ਗੁਰੂ ਸਾਹਿਬ ਦੇ ਮਨ ਵਿੱਚ ਆਈ। ਕੀ ਵਿਚਾਰ ਆਈ? ਪੜ੍ਹੋ ਪੰਕਤੀ ਫਿਰ। ਸ਼ਬਦ ਕਰਤ ਚਿਤ ਚਿਤਵਤੇ ਇੱਕ ਥਾਨ ਲਖੀਜਾ। ਗੁਰੂ ਸਾਹਿਬ ਨੇ ਆਪਣੇ ਚਿੱਤ ਵਿੱਚ ਵਿਚਾਰਿਆ ਕਿ ਸਾਰੇ ਸ਼ਬਦ ਇੱਕ ਥਾਂ ਇਕੱਤਰ ਕਰੀਏ। ਕਿਹੜੇ ਸ਼ਬਦ? ਵੱਡੇ ਗੁਰੂ ਸਾਹਿਬਾਨਾਂ ਦੇ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਤੇ ਆਪਣੀ ਬਾਣੀ, ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ, ਭਗਤ ਜਨਾਂ ਦੀ, ਭੱਟ ਜਨਾਂ ਦੀ, ਗੁਰਸਿੱਖਾਂ ਦੀ ਬਾਣੀ ਇਕੱਤਰ ਕਰਕੇ ਇਹ ਥਾਲ ਜਿਹੜਾ ਰੱਖਿਆ ਏ, ਇਹ ਜੀਵਾਂ ਦੇ ਕਲਿਆਣ ਵਾਸਤੇ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਜਹਾਜ਼ ਤਿਆਰ ਕੀਤਾ ਹੈ ਕਿ ਇਸ ਜਹਾਜ਼ ਦੇ ਉੱਤੇ ਹਰੇਕ ਮੱਤ ਵਾਲਾ, ਹਰੇਕ ਜਾਤੀ ਵਾਲਾ, ਹਰੇਕ ਵਰਨ ਵਾਲਾ ਸਵਾਰ ਹੋ ਸਕੇ
ਤੇ ਭਵ ਸਾਗਰ ਨੂੰ, ਸੰਸਾਰ ਸਮੁੰਦਰ ਨੂੰ ਪਾਰ ਕਰ ਸਕੇ। ਜਿਹੜਾ ਵੀ ਇਸ ਬਾਣੀ ਨੂੰ ਗਾਵੇ, ਮਹਾਰਾਜ ਜਿਸ ਕਾਰਜ ਵਾਸਤੇ ਸਤਿਗੁਰੂ ਆਏ ਨੇ, ਵਿਚਾਰਨਗੇ ਨਾ ਕਿ 10 ਜਾਮੇ ਧਾਰਨੇ ਨੇ, ਫਿਰ ਸਿੱਖੀ ਕਿਸ ਤਰ੍ਹਾਂ ਰਹੇਗੀ, ਕਿਸ ਤਰ੍ਹਾਂ ਜੀਵਾਂ ਦਾ ਕਲਿਆਣ ਹੋਵੇਗਾ। ਇਹ ਵੀ ਵਿਚਾਰ ਸਤਿਗੁਰਾਂ ਨੇ ਦੂਰ ਦ੍ਰਿਸ਼ਟੀ ਨਾਲ, ਦੂਰ ਅੰਦਾਜ਼ੀ ਦੇ ਨਾਲ ਕੀਤੀ ਹੈ ਕਿ ਸਾਰੀ ਬਾਣੀ ਸ਼ਬਦ ਇਕੱਤਰ ਕਰੀਏ। ਪਠੇ ਸੁਨੇ ਸਿੱਖ ਸੁਖ ਲਾਹੇ, ਜੋ ਵੀ ਸਿੱਖ ਇਹ ਬਾਣੀ ਨੂੰ ਪੜਨ ਸੁਣਨਗੇ ਸੁਖ ਪ੍ਰਾਪਤ ਕਰਨਗੇ। ਸਿੱਖੀ ਥਿਰ ਥੀਜਾ, ਇਸ ਦੇ ਨਾਲ ਸਿੱਖੀ ਜਿਹੜੀ ਹੈ ਉਹ ਥਿਰ ਥੀਜੈ, ਕਾਇਮ ਰਹੇਗੀ। ਕਿਉਂਕਿ ਹਰੇਕ ਮਤ ਦਾ ਆਪੋ ਆਪਣਾ ਗ੍ਰੰਥ ਹੈ ਤੇ ਉਹ ਮਤ ਧਰਮ ਤਾਂ ਸਥਾਪਿਤ ਰਹਿੰਦੇ ਨੇ ਜੇ ਉਹਨਾਂ ਦੇ ਧਰਮ ਗ੍ਰੰਥ ਕਾਇਮ ਹਨ। ਇਤਿਹਾਸ ਗਵਾਹ ਹੋਰ ਵੀ ਧਰਮ ਹੋਏ ਹੋਣਗੇ, ਪਰ ਜਿਹੜੇ ਧਰਮ ਇਸ ਧਰਤੀ ਤੋਂ ਅਲੋਪ ਹੋ ਗਏ, ਉਹਨਾਂ ਦੇ ਅਲੋਪ ਹੋਣ ਦਾ ਕਾਰਨ ਕਿ ਉਹਨਾਂ ਦੇ ਗ੍ਰੰਥ ਅਲੋਪ ਹੋ ਗਏ। ਜਦੋਂ ਗ੍ਰੰਥ ਚਲੇ ਗਏ ਫਿਰ ਧਰਮ ਵੀ ਚਲੇ ਗਏ। ਕਿਉਂਕਿ ਧਰਮੀ ਬਣਨਾ ਕਿਸ ਤਰ੍ਹਾਂ ਹੈ, ਕਿਹੜੀ ਗੁਰੂ ਸਾਹਿਬਾਨਾਂ ਨੇ ਸਿੱਖਿਆ ਦਿੱਤੀ ਹੈ ਸਾਨੂੰ, ਇਹ ਸਾਨੂੰ ਸਾਰੀ ਵਿਚਾਰ ਸੰਗਤ ਜੀ ਇਤਿਹਾਸ ਵਿੱਚੋਂ ਮਿਲਦੀ ਹੈ। ਤੇ ਫਿਰ ਪਰਮਾਤਮਾ ਦੀ ਪ੍ਰਾਪਤੀ ਕਰਨ ਦੀ, ਭਗਤੀ ਕਰਨੀ, ਨਾਮ ਜਪਣਾ, ਇਹ ਸਿੱਖਿਆ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸਾਨੂੰ ਮਿਲਦੀ। ਪਰ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦਾ ਕੌਣ? ਇਤਿਹਾਸ ਜੋੜਦਾ ਹੈ। ਇਹ ਬਚਨ ਗੁਰੂ ਮਾਨਿਓ ਗ੍ਰੰਥ ਕਿੱਥੋਂ ਮਿਲਦੇ ਨੇ? ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਾਂਦੇੜ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ। ਇਹ ਸਾਨੂੰ ਸਾਰੀ ਵਿਚਾਰਧਾਰਾ ਇਤਿਹਾਸ ਵਿੱਚੋਂ ਮਿਲਦੀ। ਇਸ ਲਈ ਇਤਿਹਾਸ ਵੀ ਜ਼ਰੂਰੀ ਹੈ, ਪੜ੍ਹਨਾ ਸੁਣਨਾ ਸਿੱਖ ਲਈ ਬਹੁਤ ਲਾਜ਼ਮੀ ਹੈ। ਜਿਹੜੇ ਬੁੱਧੀ ਜੀਵ ਸਾਨੂੰ ਇਤਿਹਾਸ ਤੋਂ ਦੂਰ ਕਰ ਦੇਣ, ਮਾਨੋ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਦੂਰ ਕਰ ਰਹੇ, ਪਰ ਇਹ ਕਹਿਣਗੇ ਜੀ ਅਸੀਂ ਮੰਨਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਰ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਕਿਸ ਤਰ੍ਹਾਂ? ਕਿਸ ਤਰ੍ਹਾਂ ਸਾਨੂੰ ਗੁਰੂ ਸਾਹਿਬ ਨੇ ਸਿੱਖਿਆ ਦਿੱਤੀ ਕਿ ਸਿੱਖ ਦਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ। ਇਹ ਸੰਗਤ ਜੀ ਵਿਚਾਰ ਸਾਨੂੰ ਇਤਿਹਾਸ ਵਿੱਚੋਂ, ਇਤਿਹਾਸਿਕ ਗ੍ਰੰਥਾਂ 'ਚੋਂ ਮਿਲਦੀ ਹੈ। ਕਿਸ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਬਾਣੀ ਇਕੱਤਰ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਵਿਚਾਰਿਆ ਕਿ ਇਹ ਜਿਹੜਾ ਵੀ ਬਾਣੀ ਨੂੰ ਪੜ੍ਹੇਗਾ ਸੁਣੇਗਾ ਉਹਦੀ ਕਲਿਆਣ ਹੋਵੇਗੀ ਤੇ ਸਿੱਖੀ ਜਿਹੜੀ ਹੈ ਉਹ ਇਸੇ ਤਰ੍ਹਾਂ ਕਾਇਮ ਰਹੇਗੀ। ਇੱਕ ਦਿਨ ਬੈਠੇ ਗੁਰੂ ਜੀ ਬਹੁ ਸਭਾ ਲਗਾਏ, ਇੱਕ ਦਿਨ ਗੁਰੂ ਅਰਜਨ ਦੇਵ ਸਾਹਿਬ ਜੀ ਇਸੇ ਪਾਵਨ ਧਰਤੀ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਸੰਗਤ ਦੀ ਸਭਾ ਲਾ ਕੇ ਬੈਠੇ ਹਨ। ਉਪਦੇਸ਼ ਸਤਨਾਮ ਕੋ ਚੱਕ ਕਰਨਾ ਛਾਏ, ਮਹਾਰਾਜ ਜੀ ਦੀ ਨੇਤਰਾ ਵਿੱਚ ਬਹੁਤੀ ਕਿਰਪਾ ਭਰੀ ਹੋਈ ਹੈ। ਆਈਆਂ ਸੰਗਤਾਂ ਨੂੰ ਸਤਿਗੁਰੂ ਉਪਦੇਸ਼ ਦੇ ਰਹੇ ਨੇ, ਸਤਨਾਮ ਕੋ ਮਨੁੱਖਾ ਜਨਮ ਮਿਲਿਆ, ਭਜਨ ਬੰਦਗੀ ਕਰਕੇ ਨਾਮ ਜਪ ਕੇ ਨੂੰ ਸਫਲਾ ਕਰੋ। ਇੱਕ ਸਿੱਖ ਬੋਲਿਓ ਜੋਰ ਕਰ, ਗੁਰੂ ਜੀ ਸੁਣ ਲੀਜਾ। ਇੱਕ ਸਿੱਖ ਹੱਥ ਜੋੜ ਕੇ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਬੇਨਤੀ ਕਰਨ ਲੱਗਾ। ਜਿਸ ਤਰ੍ਹਾਂ ਆਪਾਂ ਸੰਗਤਾਂ ਬੈਠੇ ਹਾਂ, ਗੁਰੂ ਸਾਹਿਬ ਦਾ ਉਪਦੇਸ਼ ਸੁਣ ਰਹੇ ਹਾਂ, ਇਸੇ ਤਰ੍ਹਾਂ ਆਈਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਉਪਦੇਸ਼ ਦਿੰਦੇ। ਸਾਧ ਸੰਗਤ ਤੇ ਮਹਾਰਾਜ ਉਪਦੇਸ਼ ਦਿੰਦੇ ਨਾਮ ਜਪਣ ਦਾ, ਭਗਤੀ ਕਰਨ ਦਾ। ਭਰੀ ਹੋਈ ਸੰਗਤ ਵਿੱਚ ਇੱਕ ਇਕੱਠ ਵਿੱਚ ਸਿੱਖ ਬੋਲਿਆ, ਸਤਿਗੁਰੂ ਜੀ ਮੇਰੀ ਬੇਨਤੀ ਸੁਣੋ। ਪ੍ਰਥਿਆ ਆਦਿਕ ਅਪਰ ਬਹੁ ਤਿਨ ਕਰਮ ਲਖੀਜਾ। ਬਾਬਾ ਪ੍ਰਿਥੀ ਚੰਦ ਅਤੇ ਹੋਰ ਕੁਝ ਐਸੇ ਲੋਕ ਨੇ ਉਹਦੇ ਵਰਗੇ, ਉਹਨਾਂ ਦੀ ਕਰਤੂਤ ਸੁਣ ਲਓ। ਆਪਸ ਬਨਾਵਤ ਸ਼ਬਦ ਕੋ ਨਿਜ ਬੁੱਧ ਅਨੁਸਾਰੀ। ਇਹ ਲੋਕ ਆਪ ਆਪਣੀ ਬੁੱਧ ਅਨੁਸਾਰ, ਮਤ ਅਨੁਸਾਰ ਸ਼ਬਦ ਬਣਾਉਂਦੇ ਹਨ। ਸ੍ਰੀ ਨਾਨਕ ਕੋ ਨਾਮ ਸ਼ੁੱਧ ਤਰ ਦੇਤ ਮਝਾਰੀ। ਫਿਰ ਕਰਦੇ ਕੀ ਨੇ ਕਿ ਆਪ ਸ਼ਬਦ ਬਣਾ ਕੇ ਅਖੀਰ ਤੇ ਨਾਨਕ ਨਾਮ ਦੀ ਵਰਤੋਂ ਕਰਦੇ ਨੇ। ਜਿਸ ਤਰ੍ਹਾਂ ਆਪਾਂ ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹਦੇ ਹਨ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿੱਥੇ ਮਹਾਰਾਜ ਜੀ ਨੇ ਸ਼ਬਦ ਸੰਪੂਰਨ ਕੀਤਾ, ਉੱਥੇ ਨਾਨਕ ਪਦ ਦੀ ਵਰਤੋਂ ਕੀਤੀ ਹੈ। ਕੁਝ ਐਸੇ ਸ਼ਬਦ ਆਉਂਦੇ ਨੇ, ਕੁਝ ਪੌੜੀਆਂ ਜਪਜੀ ਸਾਹਿਬ ਦੇ ਵਿੱਚ ਨੇ, ਉੱਥੇ ਨਹੀਂ ਵੀ ਵਰਤੋਂ ਮਹਾਰਾਜ ਨੇ ਕੀਤੀ, ਇਹ ਵੀ ਗੁਰੂ ਸਾਹਿਬ ਦੀ ਆਪਣੀ ਮੌਜ ਸੀ। ਜਿਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਮਹੱਲਾ ਸ਼ਬਦ ਦੀ ਵਰਤੋਂ ਨਹੀਂ ਹੈ, ਕੁਝ ਪੌੜੀਆਂ ਵਿੱਚ ਨਾਨਕ ਸ਼ਬਦ ਦੀ ਵਰਤੋਂ ਨਹੀਂ, ਰਾਗਮਾਲਾ ਦੇ ਵਿੱਚ ਸਤਿਗੁਰਾਂ ਨੇ ਮਹੱਲਾ ਸ਼ਬਦ ਨਾਨਕ ਪਦ ਨਹੀਂ ਵਰਤਿਆ। ਇਹ ਸਤਿਗੁਰਾਂ ਦੀ ਆਪਣੀ ਮੌਜ ਹੈ। ਪਰ ਜ਼ਿਆਦਾਤਰ ਗੁਰੂ ਸਾਹਿਬ ਜੀ ਦੀ ਬਾਣੀ ਤੇ ਅਖੀਰ ਤੇ ਨਾਨਕ ਪਦ ਦੀ ਵਰਤੋਂ ਹੁੰਦੀ। ਇਹ ਮੋਹਰ ਲਾਈ ਹੈ, ਨਾਨਕ ਛਾਪ ਲਾਈ ਹੈ ਕਿ ਗੁਰੂ ਸਾਹਿਬ ਦੀ ਕਿਰਤ ਹੈ। ਤੇ ਮਹਾਰਾਜ ਦੇ ਚਰਨਾਂ 'ਚ ਬੇਨਤੀ ਸਿੱਖ ਨੇ ਕੀਤੀ ਹੈ। ਕਹਿਣ ਲੱਗੇ, ਸਤਿਗੁਰੂ ਬਾਬਾ ਪ੍ਰਿਥੀ ਚੰਦ ਤੇ ਹੋਰ ਕੁਝ ਐਸੇ ਲੋਕ ਨੇ, ਆਪਣੀ ਮਤ ਅਨੁਸਾਰ ਕੁਝ ਸ਼ਬਦ ਲਿਖਦੇ ਨੇ, ਅਖੀਰ ਤੇ ਨਾਨਕ ਪਦ ਦੀ ਵਰਤੋਂ ਕਰਦੇ ਹਨ। ਕੋਈ ਸਕੈ ਪਛਾਨ ਕਰ, ਕੋ ਸਕੈ ਨ ਜਾਣੀ। ਹੁਣ ਅਸੀਂ ਜੀਵ ਛੋਟੀ ਮੱਤ ਵਾਲੇ ਹਾਂ, ਕਈ ਵਾਰੀ ਤਾਂ ਸਿੱਖ ਪਛਾਣ ਲੈਂਦੇ ਨੇ। ਪਛਾਣਦੇ ਕੌਣ? ਜਿਹੜੇ ਬਾਣੀ ਦਾ ਅਭਿਆਸ ਕਰਦੇ ਨੇ, ਜਿਹੜੇ ਹੁਣ ਬਾਣੀ ਨੂੰ ਪੜ੍ਹਨ ਵਾਲੇ ਨੇ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਕੀਤੇ ਨੇ, ਉਹਨਾਂ ਨੂੰ ਤੇ ਪਤਾ ਹੈ ਕਿ ਬਾਣੀ ਗੁਰੂ ਕੀ ਕਿਰਤ ਹੈ।
ਤੇ ਜਿਨ੍ਹਾਂ ਨੇ ਨਹੀਂ ਪੜ੍ਹੀ ਹਲੇ ਤੱਕ ਬਾਣੀ, ਉਹਨਾਂ ਨੂੰ ਨਾਨਕ ਪਾਦ ਦੀ ਵਰਤੋਂ ਲਾ ਕੇ ਕੋਈ ਹੋਰ ਸ਼ਬਦ ਸੁਣਾ ਦੇਵੇ, ਕਵੇ ਕਿ ਇਹ ਵੀ ਗੁਰੂ ਦੀ ਬਾਣੀ ਹੈ, ਇਸ ਤਰ੍ਹਾਂ ਵੀ ਹੋ ਜਾਂਦਾ ਹੈ। ਇਸ ਲਈ ਗੁਰੂ ਕੇ ਸਿੱਖ ਨੂੰ ਆਪ ਬਾਣੀ ਪੜ੍ਹਨੀ ਚਾਹੀਦੀ, ਨਿਤਨੇਮ ਕਰਨਾ ਚਾਹੀਦਾ ਹੈ। ਸਾਧ ਸੰਗਤ ਕੁਝ ਤਬਦੀਲੀਆਂ ਸ਼ਬਦਾਂ ਵਿੱਚ ਵੀ ਹੋਈਆਂ, ਪਰ ਜਿਹੜੇ ਪੁਰਾਤਨ ਸਮੇਂ ਤੋਂ ਸਿੱਖ ਪੜ੍ਹਦੇ ਪੜ੍ਹਾਉਂਦੇ ਆ ਰਹੇ ਨੇ ਬਾਣੀ, ਉਹ ਪਰਖ ਕਰ ਲੈਂਦੇ, ਪਛਾਣ ਲੈਂਦੇ ਨੇ ਕਿ ਇੱਥੇ ਵਾਧ ਘਾਟ ਕਿਸੇ ਨੇ ਕੀਤੀ ਹੈ। ਪਰ ਗੁਰੂ ਅਰਜਨ ਦੇਵ ਸਾਹਿਬ ਨੇ ਤਾਂ ਬਾਣੀ ਲਿਖਵਾ ਕੇ ਸੁੱਧ, ਫਿਰ ਸੁੱਧ ਕੀਚੈ, ਇਹ ਮੋਹਰ ਲਾਈ ਕਿ ਬਾਣੀ ਸ਼ੁੱਧ ਹੈ। ਕੋਈ ਵੀ ਜੀਵ ਇਸ ਬਾਣੀ ਤੇ ਲਗ ਮਾਤਰ ਵਾਧਾ ਘਾਟਾ ਕਰਨ ਵਾਸਤੇ ਕਲਮ ਨਾ ਚੁੱਕੇ। ਹੋਰ ਜਿਹੜੇ ਗ੍ਰੰਥ ਨੇ, ਜਿਸ ਤਰ੍ਹਾਂ ਭਾਈ ਸੰਤੋਖ ਸਿੰਘ ਦੀ ਰਚਿਤ ਰਚਨਾ ਹੈ, ਉਹਦੇ ਵਿੱਚ ਤਾਂ ਭਾਈ ਸਾਹਿਬ ਨੇ ਆਪ ਹੀ ਕਹਿ ਦਿੱਤਾ ਕਿ ਮੇਰੇ ਤੋਂ ਕੋਈ ਭੂਲ ਚੁੱਕ ਹੋਈ ਹੋਵੇ ਨਾ, ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਫਿਰ ਸੰਗਤ ਨੂੰ ਇਹ ਜਿਹੜਾ ਅਧਿਕਾਰ ਵੀ ਹੈ ਕਿ ਜੇ ਕਿਤੇ ਕੋਈ ਗਲਤੀ ਲੱਗੇ ਤੇ ਕਲਮ ਲੈ ਕੇ ਪੰਥ ਇਕੱਤਰ ਹੋਵੇ ਤੇ ਇਸ ਨੂੰ ਕਾਵ ਰੂਪ ਦੇ ਵਿੱਚ ਇਹਦੀ ਸੋਧ ਕਰ ਸਕਦਾ ਹੈ। ਪਰ ਗੁਰੂ ਸਾਹਿਬ ਨੇ ਤਾਂ ਨਹੀਂ ਕਿਤੇ ਲਿਖਿਆ, ਕਿਉਂਕਿ ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕੁਛ ਨਾਹੀਂ। ਗੁਰੂ ਸਾਹਿਬ ਤਾਂ ਆਪ ਸੰਪੂਰਨ ਹਨ। ਜਿਨ ਮਿਲ ਮਾਰੇ ਪੰਚ ਸੂਰਬੀਰ ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਦਾਰ ਗੁਦਾਰੇ ਸੋ ਪੂਰਾ ਏ ਕਲੀਰ। ਉਦੋਂ ਕਲਮ ਚੁੱਕੀ ਦੀ ਹੈ ਜੇ ਕਿਸੇ ਅਧੂਰੇ ਬੰਦੇ ਦੀ ਕੋਈ ਲਿਖਤ ਲਿਖੀ ਹੋਵੇ, ਤੇ ਜੇ ਕੋਈ ਉਹਦੇ ਵਿੱਚ ਘਾਟ ਵੱਧ ਦਿਸਦੀ ਹੋਵੇ, ਤੇ ਪੂਰੇ ਗੁਰੂ ਦੀ ਬਾਣੀ ਰਚਿਤ ਹੋਵੇ, ਰਚਨਾ ਉਹਦੀ ਹੋਵੇ, ਤੇ ਫਿਰ ਕੋਈ ਵਿਦਵਾਨ ਚੁੱਕ ਕੇ ਕਲਮ ਕਵੇ ਕਿ ਇੱਥੇ ਵਾਧ ਘਾਟ ਰਹਿ ਗਈ, ਉਹ ਤਾਂ ਫਿਰ ਆਪਣੇ ਆਪ ਨੂੰ ਗੁਰੂ ਤੋਂ ਵੱਡਾ ਦੱਸਣ ਲੱਗ ਪਿਆ ਨਾ। ਕਈਆਂ ਨੇ ਇਸ ਤਰ੍ਹਾਂ ਦੇ ਯਤਨ ਕੀਤੇ ਵੀ, ਕਈਆਂ ਨੇ ਬਾਣੀ ਤੇ ਸ਼ੰਕੇ ਕੀਤੇ, ਲਗ ਮਾਤਰ ਤੇ ਵਾਧ ਘਾਟ ਕੀਤੇ। ਚਲੋ ਜੋ ਉਹਨਾਂ ਨੇ ਕੀਤਾ ਹੈ, ਉਹਦੀ ਕੀਤੀ ਦੀ ਉਹਨਾਂ ਨੂੰ ਸਜ਼ਾ ਤੇ ਮਿਲਦੀ ਹੈ। ਰਹੋ ਵਿਚਾਰ। ਇੱਥੇ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਕੋਈ ਪਛਾਣ ਸਕਦਾ ਹੈ ਜਦੋਂ ਨਾਨਕ ਪਾਦ ਦੀ ਵਰਤੋਂ ਕਰਦੇ ਨੇ ਨਾ ਆਪਣੀ ਬਾਣੀ ਰਚ ਕੇ, ਕੋਈ ਪਛਾਣਦਾ ਤੇ ਕੋਈ ਨਹੀਂ ਪਛਾਣਦਾ। ਅਲਪ ਮਤੀ ਆਛੈ ਗੁਰੂ ਕਿਮ ਸਕੈ ਬਖਾਨੀ। ਅਸੀਂ ਬਹੁਤ ਛੋਟੀ ਮੱਤ ਵਾਲੇ ਹਾਂ, ਕਈ ਵਾਰੀ ਨਹੀਂ ਪਛਾਣਿਆ ਜਾਂਦਾ ਕਿ ਬਾਣੀ ਗੁਰੂ ਸਾਹਿਬ ਦੀ ਹੈ ਕਿਸੇ ਹੋਰ ਦੀ ਹੈ, ਕਿਉਂਕਿ ਨਾਨਕ ਪਾਦ ਦੀ ਵਰਤੋਂ ਕਰ ਲੈਂਦੇ ਨੇ ਤੇ ਆਮ ਬੰਦਿਆਂ ਨੂੰ ਇਉਂ ਲੱਗਦਾ ਕਿ ਇਹ ਵੀ ਗੁਰੂ ਦੀ ਬਾਣੀ ਹੋਵੇਗੀ। ਕੁਝ ਪੰਕਤੀਆਂ ਐਸੀਆਂ ਆਪਾਂ ਨੂੰ ਹੋਰ ਮਿਲ ਵੀ ਜਾਂਦੀਆਂ ਨੇ, ਤੇ ਇਸ ਲਈ ਸਤਿਗੁਰੂ ਜੀ ਇਹ ਛੋਟੀ ਮੱਤ ਵਾਲੇ ਜਿਹੜੇ ਨੇ, ਇਹ ਪੂਰੇ ਦੀ ਵੱਡੇ ਗੁਰੂ ਦੀ ਬਰਾਬਰੀ ਕਿਸ ਤਰ੍ਹਾਂ ਕਰ ਸਕਦੇ ਨੇ। ਰਲ ਜਾ ਹੈ ਇਮ ਸ਼ਕਲ ਹੀ ਗੁਰਮਤਿ ਬਿਗਰਾ ਹੈ। ਇਹ ਬਾਣੀ ਇਹਨਾਂ ਮਨਮੁਖ ਲੋਕਾਂ ਦੀ ਉਚਾਰੀ ਹੋਈ ਪੂਰੇ ਗੁਰੂ ਦੇ ਸ਼ਬਦਾਂ ਦੇ ਨਾਲ ਰਲ ਜਾਵੇਗੀ, ਤੇ ਫਿਰ ਕਿਸ ਤਰ੍ਹਾਂ ਆਪਾਂ ਨੂੰ ਪਛਾਣ ਹੋਵੇਗੀ। ਰਲ ਜੈ ਹੈ ਇਮ ਸਕਲ ਹੀ ਗੁਰਮਤ ਬਿਗਰੈ ਹੈ। ਫਿਰ ਗੁਰਮਤ ਦਾ ਸਿਧਾਂਤ ਇਹ ਲੋਕ ਵਿਗਾੜਨਗੇ। ਕੋ ਕਿਸ ਵਿਦ ਕੋ ਕਿਸੂ ਬਿਦ ਬਾਣੀ ਉਚਰੈ ਹੈ। ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ ਇਹ ਬਾਣੀ ਉਚਾਰਨ ਕਰਦਾ ਹੈ। ਕਰਹੁ ਜਤਨ ਅਸ ਮਿਲੈ ਨਹਿ ਸੁੰਦਰ ਗੁਰਬਾਨੀ। ਮਹਾਰਾਜ ਆਪ ਜੀ ਕਿਰਪਾ ਕਰਕੇ ਕੋਈ ਐਸਾ ਯਤਨ ਕਰੋ ਕਿ ਸੋਹਣੀ ਬਾਣੀ ਸਾਡੀ ਕਲਿਆਣ ਕਰਦੀ ਹੈ, ਇਹ ਬਾਣੀ ਹੋਰਾਂ ਦੇ ਨਾਲ ਨਾ ਮਿਲ ਜਾਵੇ। ਸੋਹਣੇ ਇੱਕ ਸਿੱਖ ਬੋਲਿਓ ਬਾਹੁਰ ਦੇਹ ਸੰਸੈ ਹਾਨੀ। ਫਿਰ ਉਹਨੇ ਬੇਨਤੀ ਮਹਾਰਾਜ ਦੇ ਚਰਨਾਂ 'ਚ ਇੱਕ ਸਿੱਖ ਨੇ ਹੋਰ ਕੀਤੀ ਹੈ ਕਿ ਮੇਰੇ ਮਨ ਵਿੱਚ ਵੀ ਸਤਿਗੁਰੂ ਜੀ ਸ਼ੰਕਾ ਹੈ। ਕੀ ਸ਼ੰਕਾ ਹੈ? ਕਿ ਪੂਰੇ ਗੁਰੂ ਦੀ ਬਾਣੀ ਤੇ ਜਿਹੜੇ ਅਧੂਰੇ ਲੋਕ ਬਾਣੀ ਉਚਾਰਦੇ ਨੇ, ਇਹਨਾਂ ਵਿੱਚ ਕੀ ਅੰਤਰ ਹੈ ਤੇ ਕੀ ਪ੍ਰਾਪਤੀ ਹੁੰਦੀ ਹੈ, ਤੇ ਅਧੂਰਿਆਂ ਨਾਲ ਜੁੜਨ ਦਾ ਨੁਕਸਾਨ ਕੀ। ਫਿਰ ਗੁਰਸਿੱਖਾਂ ਨੇ ਗੁਰੂਆਂ ਦੀ ਮਹਿਮਾ ਗਾਈ ਹੈ ਕਿ ਉਹ ਪੜ੍ਹਨੀ ਚਾਹੀਦੀ ਹੈ ਕਿ ਨਹੀਂ, ਇਹ ਵੀ ਮਹਾਰਾਜ ਜੀ ਸ਼ੰਕਾ ਦੂਰ ਕਰਨਗੇ। ਫਿਰ ਸਤਿਗੁਰੂ ਜੀ ਕਹਿਣਗੇ ਜਾਓ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਰਾਮਦਾਸ ਜੀ ਤੱਕ ਉਚਾਰਨ ਕੀਤੇ ਸ਼ਬਦ ਭਾਈ ਸਾਹਿਬ ਜੀ ਕੋਲ ਪਏ ਹਨ। ਬਾਬਾ ਮੋਹਨ ਜੀ ਦੇ ਪਾਸ, ਉਹਨਾਂ ਪਾਸ ਪੋਥੀਆਂ ਹਨ, ਉਹਨਾਂ ਕੋਲੋਂ ਲਿਆਉਣੀਆਂ ਨੇ। ਪਹਿਲਾਂ ਭਾਈ ਗੁਰਦਾਸ ਜੀ ਜਾਂਦੇ ਨੇ, ਖਾਲੀ ਹੱਥ ਆਉਣਗੇ। ਬਾਬਾ ਬੁੱਢਾ ਸਾਹਿਬ ਵੀ ਵਾਪਸ ਇਸੇ ਤਰ੍ਹਾਂ ਆਉਣਗੇ। ਫਿਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਗੋਇੰਦਵਾਲ ਸਾਹਿਬ ਜਾ ਕੇ ਬਾਣੀ ਦੀਆਂ ਪੋਥੀਆਂ ਲਿਆਉਣਗੇ, ਤੇ ਭਾਈ ਗੁਰਦਾਸ ਸਾਹਿਬ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਉਣਗੇ। ਇਹ ਵਿਚਾਰ ਆਪਾਂ ਆਉਂਦੇ ਦੀਵਾਨਾਂ 'ਚ ਸਰਵਣ ਕਰਾਂਗੇ। ਸਤਿਗੁਰੂ ਕਿਰਪਾ ਕਰਨ, ਰਹਿਮਤ ਕਰਨ, ਸਰਵਣ ਕੀਤੀਆਂ ਵਿਚਾਰਾਂ ਸਾਡੇ ਹਿਰਦਿਆਂ 'ਚ ਵਸ ਜਾਣ। ਲੋਕ ਸੁਖੀਏ ਪਰ ਲੋਕ ਸੁਹੇਲੇ ਹੋ ਸਕਣ। ਆਓ ਗੁਰ ਸੰਗਤ ਜੀ ਦੋ ਪੰਕਤੀਆਂ ਖੀਲੀਆਂ ਸਰਵਣ ਕਰੀਏ। ਇੱਥੇ ਫਤਿਹ ਬੁਲਾਈਏ ਜੀ। ਕਰੋ ਯਤਨ ਅਸ ਮਿਲੈ ਨਹਿ ਸੁੰਦਰ ਗੁਰਬਾਣੀ। ਸੁਣ ਇੱਕ ਸਿੱਖ ਬੋਲਿਓ ਬਾਹੁਰ ਦੇਹ ਸੰਸੈ ਹਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।